ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰ ਦਿਓ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਤਿਗੁਰ ਪੁਰਖ ਸੁਜਾਨ ਹੈ, ਵੱਡੇ ਅਜਾਣ ਮੁਗਧ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਹ ਪਕੜ ਅੰਧਲੇ ਉਧਾਰੇ। ਮਾਣ ਨਿਮਾਣੇ ਸਦ ਬਲਿਹਾਰੇ, ਮਾਣ ਨਿਮਾਣੇ ਸਦ ਬਲਿਹਾਰੇ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਇ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਤੁਮਰੀ ਮਹਿਮਾ ਅਪਰ ਅਪਾਰਾ, ਜਾ ਕਾ ਕਿਨਹੂ ਨ ਲਹਿਓ ਪਾਰਾ। ਦੇਵ ਦੇਵ ਰਾਜਨ ਕੇ ਰਾਜਾ,
ਦੇਵ ਦੇਵ ਦੀਨ ਦਇਆਲ ਗਰੀਬ ਨਿਵਾਜਾ, ਕਹ ਬੁੱਧ ਪ੍ਰਭ ਤੁਛ ਹੰਬਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਜੁਗ ਜੁਗ ਅਟਲ। ਦਸਾਹੀਂ ਪਾਤਸ਼ਾਹੀਆਂ ਦੀ ਜਾਗਦੀ ਜੋਤ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਵਰਸਾਈ ਚੱਲੀ ਹੋਈ ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ, ਤਿੰਨਾਂ ਮਹਾਂਪੁਰਖਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਧਰਵਾਲਾ ਵਿਖੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਵਿਸ਼ੇਸ਼ ਦੀਵਾਨ ਸਜੇ ਹਨ।
ਸਜੇ ਹੋਏ ਵਿਸ਼ੇਸ਼ ਦੀਵਾਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, 12 ਮਾਹ ਔਰ ਇਸੇ ਤਰ੍ਹਾਂ ਚੰਡੀ ਦੀ ਵਾਰ ਅਤੇ ਹੋਰ ਬੇਅੰਤ ਬਾਣੀ ਦੇ ਜਾਪ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਨਾਂ ਸਰੂਪਾਂ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ ਹੈ। ਗਰੀਬ ਨਿਵਾਜ ਜੀ ਨੇ ਆਪਣੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਿਵਾਜ ਜੀ ਦੇ ਹਜ਼ੂਰ ਸਜੇ ਦੀਵਾਨਾਂ ਵਿੱਚ ਜੋ ਗੁਰੂ ਕੇ ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਕੀਤਾ। ਉਪਰੰਤ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ ਹਨ। ਆਓ ਪਿਆਰਿਓ, ਹੁਣ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਬਾਣੀ 12 ਮਾਹ ਮਾਂਝ ਵਿੱਚੋਂ ਜੋ ਅੱਜ ਸੰਗਰਾਂਦ ਦਾ ਦਿਹਾੜਾ ਹੈ, ਸ਼ਬਦ ਦੀ ਵਿਚਾਰ ਹੋਵੇਗੀ। ਮਹੀਨੇ ਦੇ ਸ਼ਬਦ ਦੀ ਵਿਚਾਰ ਹੋਵੇਗੀ। ਅੱਜ ਗੁਰੂ ਕੇ ਪਿਆਰਿਓ, ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਦਿਹਾੜਾ ਹੈ। ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਨ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ਨਹਾਰੀ। ਆਗਮ ਅਗੋਚਰ ਸਤਿਗੁਰੂ ਬੋਲੇ, ਮੁਖ ਤੇ ਸੁਣੋ ਸੰਸਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਵੱਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ। ਸੋ ਪੰਜ ਪਿਆਲੇ, ਸੋ ਸ਼ਾਂਤੀ ਦੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਦੇ ਜੋ ਪੰਜ ਸਤਿਗੁਰਾਂ ਤੱਕ ਇਹ ਸ਼ਾਂਤ ਸਰੂਪ ਰੱਖ ਕੇ ਤੇ 6ਵਾਂ ਜਾਮਾ ਜੋ ਹੈ ਵੀਰ ਅਸੀਂ ਸਤਿਗੁਰਾਂ ਨੇ ਧਾਰਨ ਕੀਤਾ। ਦੀਨ ਦੁਨੀਂਦਾ ਪਾਤਸ਼ਾਹੋ, ਪਾਤਸ਼ਾਹ ਪਾਤਸ਼ਾਹੋ ਅਡੋਲਾ। ਪੰਜ ਪਿਆਲੇ, ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ। ਦੀਨ ਦੁਨੀਂਦਾ ਪਾਤਸ਼ਾਹੋ, ਪਾਤਸ਼ਾਹ ਪਾਤਸ਼ਾਹ ਅਡੋਲਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗਰੀਬ ਨਿਵਾਜ ਜੀ ਨੇ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ, ਜਿੱਥੇ ਗੁਰਦੁਆਰਾ ਸ਼੍ਰੀ ਹਰਠਾ ਸਾਹਿਬ ਹੈ, ਸਤਿਗੁਰੂ ਜੀ ਦਾ ਪਾਸ ਸਥਾਨ ਹੈ, ਜਨਮ ਧਾਰਨ ਅਵਤਾਰ ਧਾਰਨ ਸਥਾਨ। ਇਸ ਸਥਾਨ 'ਤੇ ਗੁਰੂ ਕੇ ਪਿਆਰਿਓ ਗਰੀਬ ਨਿਵਾਜ ਸਤਿਗੁਰੂ ਜੀ ਨੇ ਹਾੜ ਦੀ ਸੰਕ੍ਰਾਂਤੀ ਸੋ 1651 ਬਿਕਰਮੀ ਸੰਮਤ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ
ਅਵਤਾਰ ਧਾਰਨ ਕੀਤਾ। ਗਰੀਬ ਨਿਵਾਜ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੀ ਸਮੂਹ ਸੰਗਤ ਨੂੰ ਦਾਸਾਂ ਵੱਲੋਂ, ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ, ਮੁਬਾਰਕ ਹੋਵੇ। ਗਰੀਬ ਨਿਵਾਜ ਸਤਿਗੁਰੂ ਜਿਨ੍ਹਾਂ ਨੇ ਸੋ ਵੱਡੇ ਵੱਡੇ ਆਕੜ ਖਾਨਾਂ ਦੀਆਂ, ਖੱਬੀ ਖਾਨਾਂ ਦੀਆਂ ਜੋ ਇਹ ਆਕੜਾਂ ਭੰਨੀਆਂ, ਹੰਕਾਰ ਦੂਰ ਕੀਤੇ। ਸਾਖੀ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਜਿਸ ਪ੍ਰਕਾਰ ਸਾਹਿਬਜ਼ਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ, ਮਾਤਾ ਗੰਗਾ ਜੀ ਨੂੰ ਬੋਲੀ ਮਾਰਨ ਤੋਂ ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋਂ ਜੋ ਹੈ, ਸੋ ਮਾਤਾ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਪਾਸ ਅਰਦਾਸ ਕੀਤੀ। ਸਤਿਗੁਰੂ ਗਰੀਬ ਨਿਵਾਜ ਜੀ ਨੇ ਬਾਬਾ ਬੁੱਢਾ ਜੀ ਪਾਸ ਭੇਜਿਆ ਕਿ ਜਾਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਨੰਨ ਸੇਵਕ ਹਨ। ਪਹਿਲੇ ਪਾਤਸ਼ਾਹ ਜੀ ਤੋਂ ਲੈ ਕਰਕੇ ਅੱਜ ਤੱਕ ਗੁਰੂ ਘਰ ਦੀ ਨਿਸ਼ਕਾਮ ਸੇਵਾ, ਬੇਅੰਤ ਸੇਵਾ ਉਹਨਾਂ ਨੇ ਕਮਾਈ ਹੈ। ਗੁਰੂ ਘਰ ਦੇ ਵਜ਼ੀਰ ਹਨ। ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਔਰ ਪੰਜਵੀਂ ਪਾਤਸ਼ਾਹੀ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਮਹਾਰਾਜ ਜੀ ਨੇ ਵਚਨ ਕੀਤੇ ਕਿ ਉਹਨਾਂ ਨੇ ਹੀ ਸਾਰਿਆਂ ਨੂੰ ਗੁਰਗੱਦੀ ਦੇ ਤਿਲਕ ਲਾਏ ਹਨ। ਇਸ ਕਰਕੇ ਜੇ ਤੁਸੀਂ ਪੁੱਤਰ ਦੀ ਕਾਮਨਾ ਪੂਰੀ ਕਰਨੀ ਹੈ, ਵਰ ਲੈਣਾ ਹੈ, ਤਾਂ ਬਾਬਾ ਬੁੱਢਾ ਜੀ ਦੇ ਪਾਸ ਜਾਓ। ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਮਾਤਾ ਜੀ ਗਏ। ਸ਼ਾਹੀ ਠਾਠ ਦੇ ਦੁਆਰਾ ਮੁਖ ਤੋਂ ਬਚਨ ਕਹੇ, ਕੌਣ ਆ ਰਿਹਾ, ਇੰਨੀ ਧੂੜ ਉੱਡ ਰਹੀ ਆ? ਕਹਿਣ ਲੱਗੇ ਗੁਰੂ ਕੇ ਮਹਿਲ। ਸਹਿਜ ਸੁਭਾਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰੂ ਕਿਆ ਨੂੰ ਕਿੱਧਰੋਂ ਭੱਜਣਾ ਪਈਆਂ। ਸੋ ਦੁਬਾਰਾ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਗਿਆ ਨਾਲ ਮਾਤਾ ਜੀ ਆਪ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕੀਤਾ। ਦਹੀਂ ਆਪਣੇ ਹੱਥੀਂ ਰਿੜ ਕਰਕੇ ਲੱਸੀ ਬਣਾਈ, ਮੱਖਣ ਕੱਢਿਆ, ਮਿੱਠੇ ਪ੍ਰਸਾਦੇ ਆਪ ਤਿਆਰ ਕੀਤੇ, ਸਿਰ 'ਤੇ ਰੱਖ ਕੇ ਨਾਲ ਗੰਢਾ ਅਚਾਰ ਲਿਆ, ਸਿਰ 'ਤੇ ਰੱਖ ਕੇ ਜਦੋਂ ਮਾਤਾ ਗੰਗਾ ਜੀ ਤੁਰੇ, ਨੰਗੇ ਚਰਨੀ ਪਹੁੰਚੇ ਹਨ ਸ਼ਰਧਾ ਭਾਵਨਾ ਨਾਲ। ਉਧਰ ਅੰਤਰਜਾਮੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਤੱਕ ਰਹੇ ਆ ਕਿ ਮਾਤਾ ਜੀ ਆ ਰਹੇ ਆ। ਅੱਗੇ ਹੋ ਕਰਕੇ ਮਾਤਾ ਜੀ ਦੇ ਸਿਰ ਤੋਂ ਪ੍ਰਸ਼ਾਦਿਆਂ ਦਾ ਉਹ ਜੋ ਛਿੱਕੂ ਸੀ ਲੁਹਾਇਆ। ਇਸੇ ਤਰ੍ਹਾਂ ਆਪਣੇ ਹੱਥ ਵਿੱਚ ਲੈ ਕਰਕੇ ਪ੍ਰਸ਼ਾਦੇ ਛਕੇ ਹਨ। ਗੰਢਾ ਜਦੋਂ ਭੰਨਿਆ, ਕਹਿਣ ਲੱਗੇ ਕਿ ਮਾਤਾ ਜੀ ਆਪ ਜੀ ਦੇ ਘਰ ਵਿੱਚ ਇਹੋ ਜਿਹਾ ਤੇਜ ਪ੍ਰਤਾਪੀ ਮਹਾਬਲੀ ਯੋਧਾ ਸੋ ਅਵਤਾਰ ਧਾਰੇਗਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਗੰਢਾ ਭੰਨਿਆ ਤੇ ਗੰਢੇ ਦੀ ਗੁਲੀ ਜਿਹੜੀ ਹੈ ਨਾ ਉਹ ਦੂਰ ਗਈ। ਕਹਿੰਦੇ ਇਸ ਪ੍ਰਕਾਰ ਨਾਲ ਦੁਸ਼ਮਣਾਂ ਦੇ ਆਖੀਆਂ ਦੇ ਸਿਰ ਭੰਨੇਗਾ। ਆਕਾਸ਼ ਦੇ ਵਿੱਚ ਬਿਜਲੀ ਚਮਕੀ। ਕਹਿਣ ਲੱਗੇ ਆਪ ਜੀ ਦੇ ਸਪੁੱਤਰ ਦੀ ਤਲਵਾਰ ਇਸ ਬਿਜਲੀ ਦੇ ਵਾਂਗ ਚਮਕੇਗੀ ਜੰਗ ਮੈਦਾਨ ਦੇ ਵਿੱਚ। ਸੋ ਉਹ ਗਰੀਬਾਂ ਦੇ ਰਾਖੇ ਹੋਣਗੇ, ਜ਼ਾਲਮਾਂ ਦਾ ਸਿਰ ਭੰਨਣ ਵਾਲੇ ਹੋਣਗੇ। ਇਸ ਤਰ੍ਹਾਂ ਦੇ ਨਾਲ ਵਰ ਲੈ ਕਰਕੇ ਮਾਤਾ ਜੀ ਆਏ।
ਸਤਿਗੁਰੂ ਗਰੀਬ ਨਿਵਾਜ ਜੀ ਨੇ ਬ੍ਰਹਮ ਗਿਆਨੀ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਪੂਰਾ ਕਰਨ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚਾਲੇ ਪਾ ਕੇ ਜਦੋਂ ਪਿਰਥੀ ਚੰਦ ਦੇ ਈਰਖਾ ਕਰਨ ਤੋਂ ਸੁਲਹੀ ਖਾਨ ਚੜ੍ਹ ਕੇ ਆਇਆ, ਸਤਿਗੁਰੂ ਗਰੀਬ ਨਿਵਾਜ ਜੀ ਇੱਥੇ ਸੋ ਗੁਰੂ ਕੀ ਵਡਾਲੀ ਜਾ ਰਹੇ। ਗੁਰੂ ਕੀ ਵਡਾਲੀ, ਪਹਿਲਾਂ ਇਹਦਾ ਨਾਮ ਵਡਾਲੀ ਨਗਰ ਸੀ। ਸਤਿਗੁਰੂ ਜੀ ਦੇ ਮੁਬਾਰਕ ਚਰਨ ਪਾਉਣ ਤੋਂ 6ਵੇਂ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੋਂ ਇੱਥੇ ਗੁਰੂ ਕੀ ਵਡਾਲੀ ਬਣ ਗਈ। ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਸੋ 4 ਧਰਮ ਯੁੱਧ ਕੀਤੇ। ਚੌਹਾਂ ਧਰਮ ਯੁੱਧਾਂ ਨੂੰ ਬਿਨਾਂ ਕਿਸੇ ਓਟ ਤੋਂ ਲੜਿਆ, ਕੋਈ ਕਿਲੇ ਦੀ ਓਟ ਨਹੀਂ। ਥੋੜ੍ਹੇ ਜਿਹੇ ਸਿੱਖਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਵੱਡੀ ਭਾਰੀ ਇਹ ਜੋ ਮੁਗਲਾਂ ਦੀ ਸੈਨਾ ਸੀ, ਪਹਿਲੇ ਜੰਗ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉੱਪਰ ਜਦੋਂ ਮੁਗਲ ਖਾਨ 7000 ਫੌਜ ਲੈ ਕੇ ਚੜ੍ਹ ਕੇ ਆਇਆ ਸੀ, ਉਹਦੇ ਘਰ ਦੇ ਵਿੱਚ ਸਤਿਗੁਰੂ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਆਰੰਭਿਆ ਹੋਇਆ ਸੀ, ਵਿਆਹ ਕਾਰਜ। ਉਧਰ ਦੁਸ਼ਮਣ ਚੜ੍ਹ ਕੇ ਆ ਗਏ। ਰਾਤ ਵੇਲੇ ਜਦੋਂ ਸੋ ਰਾਤ ਦੇ ਪਹਿਲੇ ਪਹਿਰ ਹੀ ਗੁਰੂ ਕੇ ਪਿਆਰਿਓ ਇਹਨਾਂ ਨੇ ਵਿਚਾਰਿਆ ਕਿ ਅਸੀਂ ਸੁੱਤਿਆਂ ਨੂੰ ਜਾ ਕੇ ਫੜ ਲਾਂਗੇ। ਆ ਹਮਲਾ ਕੀਤਾ। ਲੋਹਗੜ੍ਹ ਵਾਲੇ ਸਥਾਨ ਦੇ ਉੱਪਰ 25 ਸਿੱਖ ਉਸ ਸਥਾਨ 'ਤੇ ਸੋ ਕਿਲੇ ਵਿੱਚ ਮੌਜੂਦ ਸਨ। ਸਤਿਗੁਰੂ ਜੀ ਨੂੰ ਖਬਰ ਮਿਲੀ। ਮਹਾਰਾਜ ਜੀ ਨੇ ਕਿਹਾ ਕਿ ਤਗੜੇ ਹੋ ਕੇ ਡਟੋ। ਉੱਧਰ ਉਹ ਸਿੱਖ ਲੜ ਰਹੇ ਹਨ। ਮਹਾਰਾਜ ਉਹਨਾਂ ਕੋਲ ਹਥਿਆਰ ਬੜੇ ਆ, ਤੋਪਾਂ ਵੀ ਹਨ। ਮਹਾਰਾਜ ਜੀ ਨੇ ਬਚਨ ਕੀਤਾ ਕਿ ਜੋ ਉੱਥੇ ਇੱਕ ਖੋਲ ਪਈ ਹੈ ਨਾ ਲੱਕੜ ਦੀ, ਵੱਡੀ ਲੱਕੜ ਪਈ ਹੈ ਜਿਹਦੇ ਵਿੱਚ ਖੋਲ ਹੈ, ਉਹਨੂੰ ਤੋਪ ਬਣਾ ਕੇ ਚਲਾ ਦਿਓ। ਸਿੱਖ ਪੁੱਛਣ ਲੱਗਾ, ਮਹਾਰਾਜ ਉਹਦੇ ਵਿੱਚ ਪਾਵਾਂਗੇ ਕੀ, ਬਰੂਦ ਤੇ ਗੋਲਾ? ਸਤਿਗੁਰੂ ਜੀ ਨੇ ਬਚਨ ਕੀਤਾ ਕਿ ਵੱਡਾ ਪੱਥਰ ਵੇਖ ਕੇ ਗੋਲਾ ਬਣਾ ਲਓ, ਉਹ ਰੱਖ ਦਿਓ, ਤੇ ਬਰੂਦ ਘਟਾ ਮਿੱਟੀ ਵਿੱਚ ਪਾ ਕੇ ਤੇ ਪਲੀਤਾ ਲਾ ਦਿਓ, ਚੱਲੇਗੀ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਬਚਨ ਨਾਲ ਉਹ ਲੱਕੜ ਦੀ ਤੋਪ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਚਲਾਈ। ਦੁਸ਼ਮਣਾਂ ਦੇ ਉੱਥੇ ਹੀ ਆਹੂ ਲਾਏ। ਇਹ ਜੋ ਭਾਰੀ ਸੈਨਾ ਚੜ੍ਹ ਕੇ ਆਈ ਸੀ ਉਹਨੂੰ ਰੋਕ ਕੇ ਰੱਖਿਆ। ਇੱਧਰੋਂ ਸਤਿਗੁਰੂ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਸ਼ਹਿਰ ਤੋਂ ਬਾਹਰ ਨਿਕਲੇ ਹਨ। ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕਰਕੇ ਪਰਿਵਾਰ ਨੂੰ ਸੁਰੱਖਿਅਤ ਸਥਾਨ 'ਤੇ ਝਬਾਲ ਭੇਜ ਦਿੱਤਾ। ਆਪ ਗਰੀਬ ਨਿਵਾਜ ਖੁੱਲ੍ਹੇ ਮੈਦਾਨ ਦੇ ਵਿੱਚ ਜੰਗ ਲੜਨ ਵਾਸਤੇ ਹਾਜ਼ਰ ਹੋ ਗਏ। ਇਸ ਤਰ੍ਹਾਂ ਪਹਿਲਾ ਜੰਗ ਗੁਰੂ ਕੇ ਪਿਆਰਿਓ ਸਵੇਰ ਤੋਂ ਸ਼ਾਮ ਤੱਕ ਸਾਰੇ ਜਿੰਨੇ ਚੜ੍ਹ ਕੇ ਆਏ ਸੀ ਉਹਨਾਂ ਨੂੰ ਜੋ ਲੜੇ ਉਹ ਚੜ੍ਹ ਗਏ, ਕੁਝ ਕੁ ਬਚੇ ਜਿਹੜੇ ਉਹ ਭੱਜ ਗਏ। ਇਸੇ ਤਰ੍ਹਾਂ ਦੂਜੇ ਜੰਗ ਦੇ ਵਿੱਚ ਜੋ ਜਲੰਧਰ ਦਾ ਸੂਬਾ ਅਬਦੁਲ ਖਾਂ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਸੀ, ਚੰਦੂ ਦਾ ਪੁੱਤਰ ਕਰਮਚੰਦ ਤੇ ਭਗਵਾਨ ਦਾਸ ਘੇਰੜ ਦਾ ਪੁੱਤਰ ਜਿਹੜਾ ਸੀ ਰਤਨ ਦਾਸ, ਇਹ ਦੋਨੋਂ ਹੀ ਸੋ ਜਲੰਧਰ ਦੇ ਸੂਬੇ ਦੇ ਫਰਿਆਦੀ ਹੋਏ ਤੇ ਉਹਨੂੰ ਨਾਲ ਲੈ ਕੇ 15000 ਫੌਜ ਲੈ ਕੇ ਚੜ੍ਹ ਕੇ ਆਏ ਸੀ। ਸਤਿਗੁਰੂ ਗਰੀਬ ਨਿਵਾਜ ਜੀ ਨੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਾਲੇ ਸਥਾਨ 'ਤੇ ਦੂਜਾ ਜੰਗ ਵੀ 8 ਪਹਿਰਾਂ ਦੇ ਅੰਦਰ ਅੰਦਰ ਸਤਿਗੁਰੂ ਜੀ ਨੇ ਇਹਨੂੰ ਸਮਾਪਤ ਕੀਤਾ।
ਸਵੇਰ ਤੋਂ ਸ਼ਾਮ ਤੱਕ ਚੌਹਾਂ ਪਹਿਰਾਂ ਵਿੱਚ ਇਸ ਗਰੀਬ ਨਿਵਾਸ ਜੀ ਨੇ ਸਮਾਪਤ ਕਰਕੇ ਔਰ ਗੁਰੂ ਕੇ ਪਿਆਰਿਓ ਇਸ ਅਸਥਾਨ ਦੇ ਉੱਪਰ ਜੋ 5 ਸਰਨੈਲ ਸੀ ਉਹਨਾਂ ਦੀਆਂ ਸਰੀਰ ਦੱਬ ਕੇ ਉੱਤੇ ਮਿੱਟੀ ਪਾ ਕੇ ਦਮ ਥੜਾ ਬਣਾਇਆ, ਨਾਮ ਰੱਖਿਆ ਦਮਦਮਾ। ਇੱਥੇ ਬੈਠ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਭਾਈ ਗੋਪਾਲਾ ਜੀ ਤੋਂ ਸਰਵਣ ਕੀਤਾ ਸੀ। ਇਸ ਤਰ੍ਹਾਂ ਦੂਜਾ ਧਰਮ ਯੁੱਧ। ਤੀਜਾ ਗਰੀਬ ਨਿਵਾਸ ਜੀ ਨੇ ਗੁਰੂਸਰ ਮਹਾਰਾਜ ਵਿਖੇ ਜੋ ਲਲਾ ਬੇਗ 35,000 ਫੌਜ ਲੈ ਕੇ ਚੜ੍ਹ ਕੇ ਆਇਆ ਸੀ, ਉਸ ਨੂੰ ਸਾਰੀ ਉਹਦੇ ਭਰਾਵਾਂ ਭਾਣਜੇ ਤੇ ਪੁੱਤਰਾਂ ਦੇ ਸਮੇਤ ਜੰਗ ਮੈਦਾਨ ਵਿੱਚ ਸੋ ਮੌਤ ਦੇ ਘਾਟ ਉਤਾਰ ਕੇ ਇਹ ਜੰਗ ਸਤਿਗੁਰੂ ਜੀ ਨੇ ਫਤਿਹ ਕੀਤਾ। 1,000 ਸੈਨਾ ਬਚੀ। ਮੁਗਲ ਉਹ ਜੋ ਜਿਨ੍ਹਾਂ ਨੇ ਹਥਿਆਰ ਤਿਆਗ ਕੇ ਸ਼ਰਨ ਗ੍ਰਹਿਣ ਕੀਤੀ ਜਾਂ ਭੱਜ ਕੇ ਬਚੇ, ਉਹ ਬਚੇ। ਹਸਨ ਖਾਨ ਦੂਤ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਹਨਾਂ ਦਾ ਸਰਦਾਰ ਬਣਾ ਕੇ ਭੇਜਿਆ। ਸੋ ਇਸ ਤਰ੍ਹਾਂ ਨਾਲ ਉਹਨੂੰ ਕਾਬਲ ਦਾ ਸੂਬਾ ਬਣਾ ਦਿੱਤਾ। ਗੁਰੂ ਕੇ ਪਿਆਰਿਓ, ਚੌਥਾ ਧਰਮ ਯੁੱਧ ਜਿਹਦੇ ਵਿੱਚ ਜੋ ਪੈਂਦੇ ਖਾਨ ਸਤਿਗੁਰੂ ਗਰੀਬ ਨਿਵਾਸ ਜੀ ਤੋਂ ਆਕੀ ਹੋ ਕਰਕੇ ਸਤਿਗੁਰਾਂ ਨਮਕ ਹਰਾਮੀ ਹੋ ਕੇ ਸਤਿਗੁਰਾਂ ਨਾਲ ਲੜਨ ਵਾਸਤੇ ਆਇਆ। ਇਹਦੇ ਵਿੱਚ ਤਕਰੀਬਨ ਸਾਰਾ ਜੋ ਮਲਖਈਆ ਹੈ ਲੁੱਟਣ ਵਾਲੇ ਪਾ ਕਰਕੇ ਹੋਰ ਸਾਰੇ ਗਿਣਤੀ ਪਾ ਕੇ 1 ਲੱਖ ਤੋਂ ਵੱਧ ਗਿਣਤੀ ਮਹਾਂਪੁਰਖਾਂ ਨੇ ਲਿਖੀ ਹੈ। ਇਸ ਨੂੰ ਵੀ ਸੈਨਾ ਨੂੰ ਸਤਿਗੁਰੂ ਜੀ ਨੇ 8 ਪਹਿਰਾਂ ਦੇ ਅੰਦਰ ਹੀ ਸੋ ਮੁਕਾ ਕਰਕੇ ਸਾਰਾ ਮਾਰ ਕਰਕੇ ਔਰ ਇਹ ਯੁੱਧ ਵੀ ਸਮਾਪਤ ਕੀਤਾ। ਗੁਰੂ ਪਿਆਰਿਓ, ਇਸ ਤਰ੍ਹਾਂ ਦੇ ਨਾਲ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੋ ਬੇਅੰਤ ਇਹ ਦੁਸ਼ਮਣਾਂ ਨੂੰ ਜ਼ਾਲਮਾਂ ਨੂੰ ਸੰਘਾਰਿਆ ਔਰ ਸ਼ਰਨ ਪਿਆਂ ਦੀ ਰੱਖਿਆ ਕੀਤੀ। ਇਹੋ ਜਿਹੀ ਉਪਮਾ ਵਾਲੇ ਸਤਿਗੁਰੂ ਗਰੀਬ ਨਿਵਾਸ ਜੀ ਜਿਨ੍ਹਾਂ ਨੂੰ ਸੱਚਾ ਸਤਿਗੁਰੂ ਜੀ ਸੱਚਾ ਪਾਤਸ਼ਾਹ ਗੁਰੂ ਕੇ ਸਿੱਖ ਕਹਿੰਦੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਸਤਿਗੁਰੂ ਸੱਚਾ ਪਾਤਸ਼ਾਹ ਹੋਰ ਬਾਦਸ਼ਾਹ ਦੁਨੀਆਵੇ, ਹੋਰ ਦੁਨੀਆਵੇ ਬਾਦਸ਼ਾਹ ਕੁੜਾਵੇ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਹਨ। ਜਹਾਂਗੀਰ ਦੇ ਵੇਲੇ ਸਿੱਖ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਆਗਰੇ, ਜਿਹਨੇ ਦਰਸ਼ਨ ਨਹੀਂ ਸੀ ਕੀਤੇ, ਮਹਾਰਾਜ ਦੇ ਭੁਲੇਖੇ ਇਹ ਜਹਾਂਗੀਰ ਦੇ ਤੰਬੂ 'ਚ ਜਾ ਵੜਿਆ। ਜਾ ਕੇ 5 ਪੈਸੇ ਤੇ ਘਾਹ ਦੀ ਪੰਡ ਰੱਖ ਕੇ ਮੱਥਾ ਟੇਕਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੋ। ਜਦੋਂ ਸੱਚੇ ਪਾਤਸ਼ਾਹ ਕਹਿ ਕੇ ਬੇਨਤੀਆਂ ਕੀਤੀਆਂ ਕਿ ਮੈਨੂੰ ਪਰਲੋਕ ਵਿੱਚ ਮੇਰੀ ਬਾਂਹ ਫੜਿਓ, ਜਮਾਂ ਦੀ ਮਾਰ ਨਾ ਮੈਨੂੰ ਹੋਵੇ। ਜਹਾਂਗੀਰ ਜਿਹਦੇ ਮਨ 'ਚ ਇਹ ਸ਼ੰਕਾ ਸੀ ਕਿ ਮੈਨੂੰ ਲੋਕ ਪਾਤਸ਼ਾਹ ਕਹਿੰਦੇ ਆ ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਕੀ ਕਾਰਨ? ਉਹ ਸਿੱਖ ਦੀਆਂ ਇਹ ਗੱਲਾਂ ਸੁਣ ਕੇ ਤੇ ਉਹ ਹੈਰਾਨ ਹੋਇਆ, ਕਹਿਣ ਲੱਗਾ ਵਾਕਿਆ ਉਹ ਸੱਚੇ ਪਾਤਸ਼ਾਹ ਹਨ। ਮੈਂ ਤਾਂ ਇੱਥੇ 4 ਦਿਨਾਂ ਦਾ ਪ੍ਰਾਹੁਣਾ, ਪਤਾ ਨਹੀਂ ਕੀ ਬਣਨਾ ਮੇਰੇ ਨਾਲ, ਪਰਲੋਕ ਵਿੱਚ ਮੇਰੀ ਕੀ ਹਾਲਤ ਹੋਣੀ ਆ। ਪਰ ਸਤਿਗੁਰੂ ਤਾਂ ਲੋਕ ਪਰਲੋਕ ਦੇ ਮਾਲਕ ਹਨ। ਸਿੱਖ ਨੂੰ ਕਹਿਣ ਲੱਗਾ, ਸਿੱਖਾ ਮੈਂ ਤੇਰੀ ਜੋ ਇਹ ਖਾਹਿਸ਼ ਹੈ ਨਾ ਪਰਲੋਕ ਵਿੱਚ ਰਾਖੀ ਕਰਨ ਦੀ, ਇਹ ਤਾਂ ਨਹੀਂ ਪੂਰੀ ਕਰ ਸਕਦਾ, ਪਰ ਇੱਥੇ ਤੂੰ ਮੈਨੂੰ ਦੱਸ, ਜੇ ਚਾਹਵੇਂ ਤੈਨੂੰ ਕੋਈ ਜਗੀਰਾਂ ਦੇ ਦਿਆਂਗਾ, ਕਿਸੇ ਥਾਂ ਦਾ ਤੈਨੂੰ ਮੈਂ ਹਾਕਮ ਥਾਪ ਦਿੰਦਾ। ਸਿੱਖ ਨੇ ਵੇਖਿਆ ਕਿ ਇਹ ਤੇ ਬਾਦਸ਼ਾਹ ਹੈ ਤੇ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਜਹਾਂਗੀਰ ਕਹਿਣ ਲੱਗਾ ਉਹਨਾਂ ਦਾ ਤੰਬੂ ਨੇੜੇ ਹੀ ਆ, ਇੱਧਰ ਹੈ, ਉਹਨਾਂ ਦਾ ਪੜਾਅ ਉੱਥੇ ਹੈ। ਸਿੱਖ ਨੇ ਉਸੇ ਵੇਲੇ ਉਹ 5 ਪੈਸੇ ਤੇ ਪੰਡ ਘਾਹ ਦੀ ਚੁੱਕੀ ਜੋ ਸਤਿਗੁਰੂ ਜੀ ਦੇ ਘੋੜਿਆਂ ਵਾਸਤੇ ਖੋਤ ਕੇ ਲਿਆ ਸੀ ਆਪਣੇ ਹੱਥੀਂ ਵਧੀਆ ਘਾਹ,
ਜਾ ਕੇ ਧੰਨ ਗੁਰੂ ਗਰੀਬ ਨਿਵਾਜ ਜੀ ਦੇ ਜੋ ਦਰਸ਼ਨਾਂ ਲਈ ਚੱਲ ਪਿਆ। ਜਹਾਂਗੀਰ ਨੇ ਰੋਕਿਆ ਕਿ ਸਿੱਖਾ ਨਾ ਜਾ, ਮੇਰੀ ਤੋਹੀਨ ਹੈ, ਇਹ ਮੇਰੇ ਅੱਗੇ ਪੈਸੇ ਰੱਖ ਕੇ ਹੁਣ ਕਿਉਂ ਚੁੱਕ ਰਿਹਾ ਹੈ। ਪਰ ਗੁਰੂ ਕੇ ਸਿੱਖ ਨੇ ਕੋਈ ਪਰਵਾਹ ਨਹੀਂ ਕੀਤੀ। ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਉਹੀ ਅਰਦਾਸਾਂ ਬੇਨਤੀਆਂ ਕੀਤੀਆਂ। ਜਹਾਂਗੀਰ ਪਿੱਛੇ ਪਿੱਛੇ ਤੁਰ ਪਿਆ। ਜਾ ਕੇ ਵੇਖਿਆ ਕਿ ਸਿੱਖ ਨੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਮੇਰੀ ਪਰਲੋਕ ਦੇ ਵਿੱਚ ਬਾਂਹ ਫੜਿਓ, ਮੈਨੂੰ ਜਮਾਂ ਦੀ ਮਾਰ ਨਾ ਪਵੇ। ਸਤਿਗੁਰੂ ਜੀ ਨੇ ਭਰੋਸਾ ਦਿੱਤਾ, ਮਿਹਰ ਭਰੀ ਨਿਗਾਹ ਦੇ ਨਾਲ ਤੱਕਿਆ, ਆਪਣਾ ਕਰ ਕਮਲ ਸਿੱਖ ਦੇ ਮੱਥੇ ਤੇ ਰੱਖਿਆ, ਮਸਤਕ ਤੇ ਧਰਿਆ। ਜਹਾਂਗੀਰ ਇਹ ਵੇਖ ਕਰਕੇ ਕਹਿਣ ਲੱਗਾ ਕਿ ਮਹਾਰਾਜ ਆਪ ਜੀ ਨੇ ਇਹਨੂੰ ਅਕਾ ਦੀ ਪੰਡ ਤੇ 5 ਪੈਸਿਆਂ ਬਦਲੇ ਕਿੰਨਾ ਕੁਝ ਦੇ ਦਿੱਤਾ। ਆਪ ਜੀ ਨੇ ਵਚਨ ਕਰਤਾ ਕਿ ਤੂੰ ਮੁਕਤ, ਤੈਨੂੰ ਜਮਾਂ ਦੀ ਮਾਰ ਨਹੀਂ ਪਵੇਗੀ, ਤੇਰੀਆਂ ਇੱਛਾ ਪੂਰੀਆਂ ਹੋਣਗੀਆਂ। ਮਹਾਰਾਜ ਇਹਨੇ ਤੇ ਕੁਝ ਵੀ ਨਹੀਂ, ਆ 5 ਪੈਸਿਆਂ ਤੇ ਆ ਘਾਹ ਦੀ ਪੰਡ ਬਦਲੇ ਆਪ ਜੀ ਇੰਨਾ ਕੁਝ ਦੇ ਰਹੇ ਹੋ। ਸਤਿਗੁਰੂ ਗਰੀਬ ਨਿਵਾਜ ਜੀ ਕਹਿਣ ਲੱਗੇ ਕਿ ਇਹਦੀ ਭਾਵਨਾ ਵੇਖ ਕੇ ਅਸੀਂ ਦੇ ਰਹੇ ਹਾਂ। ਗੁਰੂ ਸੱਚੇ ਪਾਤਸ਼ਾਹ ਭਾਵਨਾ ਤੋਂ ਪ੍ਰਸੰਨ ਹੁੰਦੇ ਆ, ਕਿਸੇ ਦੀ ਦੌਲਤ ਵੇਖ ਕੇ ਨਹੀਂ, ਉਹਦੇ ਮਨ ਦੀ ਭਾਵਨਾ ਵੇਖ ਕੇ ਗੁਰੂ ਜੀ ਪ੍ਰਸੰਨ ਹੁੰਦੇ ਆ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਲਿਖਿਆ ਨਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਭਾਵਨੀ ਭਗਤ ਪਾਏ ਸੋ ਏਕ ਵਾਰ, ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਤ ਬਾਰੰਬਾਰ ਤਾਹੇ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਗਰੀਬ ਨਿਵਾਜ ਜੀ ਤਾਂ ਇੱਕ ਵਾਰ ਗੁਰੂ ਕਾ ਸਿੱਖ ਇੱਕ ਕਦਮ ਸਤਿਗੁਰੂ ਜੀ ਦੇ ਘਰ ਵੱਲ ਨੂੰ ਪੁੱਟੇ, ਸਤਿਗੁਰੂ ਕੋਟ ਕਦਮ ਅੱਗੇ ਹੋ ਕੇ ਲੈਂਦੇ ਆ। ਗੁਰੂ ਕਾ ਸਿੱਖ ਇੱਕ ਵਾਰ ਸਤਿਗੁਰੂ ਜੀ ਨੂੰ ਪ੍ਰੇਮ ਨਾਲ ਯਾਦ ਕਰੇ, ਸਤਿਗੁਰੂ ਜੀ ਵਾਰ ਵਾਰ ਯਾਦ ਕਰਦੇ ਆ। ਇਹੋ ਜਿਹਾ ਪ੍ਰੇਮ ਗੁਰੂ ਕਾ ਸਿੱਖਾਂ ਨਾਲ। ਗੁਰੂ ਕਾ ਸਿੱਖ ਇੱਕ ਵਾਰ ਸੋ ਗੁਰੂ ਕਾ ਸਿੱਖ 5 ਪੈਸੇ ਕੌਡੀ ਰੱਖ ਲਏ, ਕੌਡੀ 5 ਪੈਸਿਆਂ ਨੂੰ ਵੀ ਘੱਟ, ਭਾਵਨਾ ਦੇ ਨਾਲ ਗਰੀਬ ਨਿਵਾਜ ਜੀ ਨੂੰ ਅਰਪਣ ਕਰਦੇ, ਸਤਿਗੁਰੂ ਜੀ ਉਹਨੂੰ ਸਾਰੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਆ। ਸਤਿਗੁਰੂ ਗਰੀਬ ਨਿਵਾਜ ਦਇਆ ਦੇ ਖਜ਼ਾਨੇ ਹਨ, ਸਮੁੰਦਰ ਹਨ। ਇਹੋ ਜਿਹੇ ਸਤਿਗੁਰੂ ਜੀ ਨੂੰ ਬਾਰ ਬਾਰ ਨਮਸਕਾਰ ਹੈ, ਬਾਰ ਬਾਰ ਨਮਸਕਾਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਗਰੀਬ ਨਿਵਾਜ ਜੀ ਦੇ ਅਵਤਾਰ ਧਾਰਨ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ, ਮੁਬਾਰਕਾਂ ਹੋਣ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਔਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮਿਲੋ ਦਇਆ ਕਰ, ਜਨ ਨਾਨਕ ਧੁਵੈ ਪਾਏ। ਇਹੋ ਜਿਹੀ ਉਪਮਾ ਵਾਲੇ ਧੰਨ ਗੁਰੂ ਗਰੀਬ ਨਿਵਾਜ ਜੀ ਮਿਹਰ ਕਰਨ, ਆਪਣਾ ਮਿਹਰ ਭਰਿਆ ਹੱਥ ਸਦਾ ਹੀ ਸਾਡੇ ਸਿਰਾਂ 'ਤੇ ਰੱਖਣ। ਆਓ ਗੁਰੂ ਪਿਆਰਿਓ, ਇਸ ਮਹੀਨੇ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿਨਾ ਪਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾੜ ਮਹੀਨੇ ਦੇ ਸ਼ਬਦ ਦੁਆਰਾ ਇੱਥੇ ਸਤਿਗੁਰੂ ਜੀ ਨੇ ਸ਼ਬਦ ਅਸਾੜ ਵਰਤਿਆ ਹੈ। ਅਸਾੜ, ਜਿਸ ਵਿੱਚ ਸਾਰੇ ਪਾਸਿਓਂ ਸੋ ਸਾੜ ਪੈਂਦਾ ਹੈ। ਗਰਮੀ ਜੋ ਹੈ, ਇਹ 2 ਮਹੀਨੇ ਜੇਠ ਤੇ ਹਾੜ, ਇਹ ਗਰਮੀ ਦੀ ਰੁੱਤ ਦੇ ਮਹੀਨੇ ਹਨ। 6 ਰੁੱਤਾਂ ਨਾ 12 ਮਹੀਨਿਆਂ ਦੀਆਂ, ਜਿਸ ਵਿੱਚ ਬਸੰਤ ਰੁੱਤ ਬੜੀ ਠੰਡੀ ਤੇ ਨਾ ਗਰਮ ਤੇ ਨਾ ਠੰਡੀ, ਬਹੁਤ ਵਧੀਆ ਮੌਸਮ ਬਣਿਆ। ਸੋ ਜੇ ਬਸੰਤ ਤੋਂ ਉਪਰੰਤ ਚੇਤ ਵਿਸਾਖ ਬਸੰਤ ਦੀ ਰੁੱਤ ਹੈ। ਜੇਠ ਹਾੜ ਵਿੱਚ ਗਰੀਖਮ ਰੁੱਤ ਮੰਨੀ ਹੈ। ਸਾਵਣ ਭਾਦਰੋਂ ਇਹ ਪਾਵਸ ਭਾਵ ਬਰਸਾਤ ਦੀ ਰੁੱਤ ਹੈ। ਅਤੇ ਅੱਸੂ ਕੱਤਕ ਇਹਨੂੰ ਸਰਦ ਰੁੱਤ ਕਿਹਾ ਹੈ। ਮੱਘਰ ਪੋਹ, ਸੋ ਹੇਮਰੁੱਤ ਮੰਨੀ ਹੈ। ਅੱਗੇ ਜੋ ਹੈ ਸਿਸਰ, ਪਤਝੜ ਦੀ ਰੁੱਤ। ਇਸ ਤਰ੍ਹਾਂ ਨਾਲ ਇਹ 6 ਰੁੱਤਾਂ ਦੇ ਵਿੱਚੋਂ ਇਹ ਜੋ ਰੁੱਤ, ਇਹ ਮਹੀਨਾ ਚੱਲ ਰਿਹਾ ਹੈ, ਇਹ ਗਰੀਖਮ ਰੁੱਤ ਦਾ ਭਾਵ ਗਰਮੀ ਦੀ ਰੁੱਤ ਦੇ ਇਹ ਮਹੀਨੇ ਹਨ। ਸਭ ਤੋਂ ਜ਼ਿਆਦਾ ਸਾਰੇ ਸਾਲ ਦੇ ਵਿੱਚ ਇਹਨਾਂ ਮਹੀਨਿਆਂ ਵਿੱਚ ਗਰਮੀ ਪੈਂਦੀ ਹੈ। ਇਹਨਾਂ ਮਹੀਨਿਆਂ ਵਿੱਚ ਗਰਮੀ ਦੇ ਨਾਲ ਛੱਪੜਾਂ ਵਿੱਚੋਂ ਪਾਣੀ ਸੁੱਕ ਜਾਂਦਾ। ਪੁਰਾਣੇ ਸਮੇਂ ਦੇ ਵਿੱਚ ਖੂਹ ਹੁੰਦੇ ਸਨ, ਖੂਹਾਂ ਵਿੱਚੋਂ ਵੀ ਪਾਣੀ ਸੁੱਕ ਕੇ ਹੇਠਾਂ ਚਲਾ ਜਾਂਦਾ ਸੀ। ਜਿੰਨੇ ਛੋਟੇ ਛੋਟੇ ਟੋਭੇ ਹਨ ਜਲ ਦੇ ਸੋਮੇ, ਉਹਨਾਂ ਵਿੱਚੋਂ ਵੀ ਪਾਣੀ ਸੁੱਕਣ ਕਾਰਨ ਬੜੀ ਭਾਰੀ ਸੋ ਪਾਣੀ ਦੀ ਕਿੱਲਤ ਹੋ ਜਾਂਦੀ ਹੈ। ਔਰ ਸੂਰਜ ਬਹੁਤਾ ਤਪਦਾ ਇਹਨਾਂ ਮਹੀਨਿਆਂ ਵਿੱਚ, ਜਿਸ ਕਰਕੇ ਜੋ ਫਸਲਵਾੜੀ ਹੈ, ਬਨਾਸਪਤੀ ਹੈ, ਇਹਨੂੰ ਪਾਣੀ ਬਾਰ-ਬਾਰ ਸੋ ਕੋਈ ਦੂਜੇ ਤੀਜੇ ਦਿਨ ਜਾਂ ਹਰ ਰੋਜ਼ ਹੀ ਕਈਆਂ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਮਨੁੱਖਾਂ ਨੂੰ, ਪਸ਼ੂ ਪੰਛੀਆਂ ਨੂੰ ਬਹੁਤ ਪਿਆਸ ਲੱਗਦੀ ਹੈ। ਔਰ ਗਰਮੀ ਤੋਂ ਬਚਣ ਲਈ ਬਾਰ-ਬਾਰ ਸੋ ਇਸ਼ਨਾਨ ਕਰਨ ਲਈ ਦਰਿਆਵਾਂ, ਇਸੇ ਤਰ੍ਹਾਂ ਸਰੋਵਰਾਂ ਦੇ ਕਿਨਾਰੇ ਜਾ ਕੇ ਇਸ਼ਨਾਨ ਕਰਦੇ ਆ। ਛਾਵੇਂ ਬੈਠਿਆਂ ਨੂੰ ਵੀ ਪਿਆਸ ਲੱਗੀ ਜਾਂਦੀ ਹੈ, ਪਸੀਨਾ ਆਈ ਜਾਂਦਾ। ਬਾਰ-ਬਾਰ ਠੰਡਾ ਪਾਣੀ ਬਣਾ ਕੇ ਜਾਂ ਸਾਦਾ ਜਲ ਹੀ ਛਕਦੇ ਆ, ਫਿਰ ਬੁੱਲ ਪਿਆਸੇ ਸੁੱਕਦੇ ਆ। ਇਹੋ ਜਿਹਾ ਜੋ ਇਹ ਗਰਮੀ ਦਾ ਮਹੀਨਾ ਹੈ ਨਾ, ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਇਹ ਅਸਾੜ ਮਹੀਨਾ, ਇਹ ਅੱਜ ਕੱਲ੍ਹ ਜਿਸ ਨੂੰ ਆਪਾਂ ਹਾੜ ਦਾ ਸ਼ਬਦ ਵਰਤਦੇ ਹਾਂ, ਹਾੜ ਦਾ ਮਹੀਨਾ। ਸੋ ਇਹ ਸ਼ਬਦ ਗੁਰੂ ਕੇ ਪਿਆਰਿਓ ਅੱਗੇ ਵੀ ਆਪਾਂ ਬਹੁਤ ਵਾਰ ਵਿਚਾਰ ਇਹ ਸਰਵਣ ਕੀਤੇ ਆ ਕਿ ਕੋਈ ਸਮੇਂ ਬਾਅਦ, ਕੋਈ 50 ਕੁ ਸਾਲਾਂ ਬਾਅਦ, 100 ਸਾਲ ਬਾਅਦ ਆਮ ਬੋਲ ਚਾਲ ਦੇ ਕਾਫੀ ਸ਼ਬਦ ਬਦਲ ਜਾਂਦੇ ਆ। ਜਿਵੇਂ ਗੁਹਜ ਥਲੀ ਸ਼ਬਦ ਤੋਂ ਬਣ ਗਿਆ ਗੁਥਲੀ, ਬਹੁਤ ਤੇਰਾ ਜਾਂ ਬਹੁਤ ਤੇਰੇ ਇਹ ਸ਼ਬਦ ਬਾਣੀ ਵਿੱਚ ਆਉਂਦਾ, ਉਹਨੂੰ ਬਥੇਰੇ ਸ਼ਬਦ ਕਰਤਾ। ਤੇ ਇਸੇ ਤਰ੍ਹਾਂ ਹੀ ਇਹ ਅਸਾੜ ਤੋਂ ਹਾੜ ਆਮ ਬੋਲੀ ਵਿੱਚ ਬੋਲਣ ਲੱਗ ਪਏ।
ਹਾੜ ਮਹੀਨੇ ਦੁਆਰਾ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਕਿ ਇਹ ਮਹੀਨਾ ਤਪੰਦਾ ਤਿਸ ਲੱਗਾ ਹਰ ਨਾਹੋ ਨਾ ਜਿੰਨਾ ਪਾਸ। ਉਹਨਾਂ ਜੀਵ ਰੂਪ ਇਸਤਰੀਆਂ ਨੂੰ ਇਹ ਦੁਖਦਾਈ ਲੱਗਦਾ ਹੈ, ਤਪਾਉਣ ਵਾਲਾ ਲੱਗਦਾ ਹੈ। ਉਹਨਾਂ ਜੀਵਾਂ ਵਾਸਤੇ ਇਹ ਬੜਾ ਹੀ ਦੁਖਦਾਈ ਹੈ, ਬਹੁਤ ਹੀ ਤਪਸ਼ ਵਾਲਾ ਹੈ, ਜਿਨ੍ਹਾਂ ਦੇ ਪਾਸ, ਜਿਨ੍ਹਾਂ ਦੇ ਹਿਰਦੇ ਵਿੱਚ ਹਰ ਨਾਹੋ ਨਾ ਪਤੀ ਮਾਲਕ ਹਰੀ ਨੇ ਪ੍ਰਕਾਸ਼ ਨਹੀਂ ਕੀਤਾ, ਹਿਰਦੇ ਵਿੱਚ ਪ੍ਰਗਟ ਨਹੀਂ ਹੋਏ ਹਨ, ਉਹਨਾਂ ਨੂੰ ਇਹ ਬਹੁਤ ਹੀ ਇਹ ਤਪੰਦਾ ਬਹੁਤ ਹੀ ਤਪਸ਼ ਵਾਲਾ ਲੱਗਦਾ ਹੈ, ਬਹੁਤ ਹੀ ਤਪਾਉਂਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸੋ ਜਿਨ੍ਹਾਂ ਨੇ ਜਗਤ ਦਾ ਜੀਵਨ ਰੂਪ ਜੋ ਪਰਮੇਸ਼ਰ ਹੈ ਨਾ, ਸਾਰੇ ਜੀਵਾਂ ਦੇ ਵਿੱਚ ਜਿਸ ਦੀ ਜੀਵਨ ਕਲਾ ਹੈ, ਜੇ ਉਹ ਆਪਣੀ ਜੋਤ ਨਾ ਰੱਖੇ ਤਾਂ ਇਹ ਜੀਵ, ਇਹ ਸਰੀਰ ਮਿੱਟੀ ਹਨ, ਇਹ ਮੁਰਦੇ ਹੋ ਜਾਂਦੇ ਆ। ਗੁਰੂ ਪਿਆਰਿਓ, ਸਾਰਾ ਸਰੀਰ ਉਹੀ ਹੈ ਜੋ ਅੱਖਾਂ ਵੇਖਦੀਆਂ ਹਨ, ਜ਼ੁਬਾਨ ਬੋਲਦੀ ਹੈ, ਕੰਨ ਸੁਣਦੇ ਹਨ, ਨੱਕ ਦੁਆਰਾ ਸਵਾਸ ਲੈਂਦਾ ਜੀਵ, ਹੱਥ ਪੈਰ ਚੱਲਦੇ, ਹੱਥਾਂ ਨਾਲ ਕੰਮ ਕਰਦਾ, ਪੈਰਾਂ ਨਾਲ ਚੱਲ ਕੇ ਆਉਂਦਾ। ਪਰ ਜੇਕਰ ਵਾਹਿਗੁਰੂ ਜੀ ਆਪਣੀ ਜੋਤ ਵਿੱਚੋਂ ਖਿੱਚ ਲੈਣ, ਉਹ ਜੀਵਨ ਕਲਾ ਖਿੱਚ ਲੈਣ, ਤਾਂ ਇਹ ਸਰੀਰ ਭਾਵੇਂ ਸਾਰੇ ਅੰਗ ਉਸੇ ਤਰ੍ਹਾਂ ਹੀ ਕਾਇਮ ਹਨ, ਪਰ ਇਸ ਸਰੀਰ ਨੂੰ ਹੁਣ ਇਹਨੂੰ ਕਹਿੰਦੇ ਆਦਮੀ, ਬੰਦਾ, ਮਨੁੱਖ, ਜਾਂ ਨਾਂ ਰੱਖਿਆ ਸਾਰੇ ਮਨੁੱਖਾਂ ਦੇ, ਫਲਾਣਾ ਬੰਦਾ, ਦੂਜਾ ਬੰਦਾ। ਸੋ ਪਰ ਜਦੋਂ ਇਹ ਵਿੱਚੋਂ ਜੋਤ ਖਿੱਚ ਲਈ, ਜੀਵਨ ਕਲਾ ਖਿੱਚ ਲਈ ਪਰਮੇਸ਼ਰ ਨੇ, ਫਿਰ ਇਹ ਸਰੀਰ ਨੂੰ ਫਲਾਣਾ ਬੰਦਾ, ਫਲਾਣਾ ਆਦਮੀ ਨਹੀਂ ਕਿਹਾ ਜਾਣਾ, ਫਿਰ ਕਿਹਾ ਜਾਣਾ ਇਹ ਉਸ ਆਦਮੀ ਦੀ ਲਾਸ਼ ਹੈ। ਇਸ ਤਰ੍ਹਾਂ ਉਹ ਸਾਰਿਆਂ ਦਾ ਜੋ ਜਗਤ ਦਾ ਜੀਵਨ ਰੂਪ ਹੈ, ਪਰਮੇਸ਼ਰ ਪੁਰਖ ਹੈ, ਸਾਰਿਆਂ ਨੂੰ ਪੁਰਖਾਰਥ, ਪੁਰਸ਼ਾਰਥ ਦੇਣ ਵਾਲਾ ਹੈ, ਪੌਰਖ ਬਲ ਬਖਸ਼ਣ ਵਾਲਾ ਹੈ, ਅਤੇ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਸੋ ਪੁਰਖ ਹੈ, ਪੁਰਖ ਪੁਰੀਆਂ ਨੂੰ ਖੈ ਕਰਨ ਵਾਲਾ ਹੈ। ਜਿੰਨੀਆਂ ਵੀ ਇਹ ਰਚੀਆਂ ਨਾ ਪੁਰੀਆਂ, ਖੰਡ ਬ੍ਰਹਮੰਡ, ਖਿੰਨ ਮਾਤਰ ਵਿੱਚ ਸਾਰਿਆਂ ਨੂੰ ਨਾਸ਼ ਕਰਕੇ ਤੇ ਫਿਰ ਨਵੇਂ ਸਿਰੋਂ ਰਚ ਸਕਦਾ ਹੈ। ਏਡਾ ਭਾਰੀ ਸਮਰੱਥ ਹੈ ਪਰਮੇਸ਼ਰ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਜੋ ਸਾਰਿਆਂ ਦਾ ਜੀਵਨ ਰੂਪ ਹੈ, ਸਾਰੇ ਜਗਤ ਦਾ ਜੀਵਨ ਰੂਪ ਹੈ, ਤਿਸ ਪਰਮੇਸ਼ਰ ਨੂੰ ਤਿਆਗ ਕੇ, ਪੁਰਖ ਕਹੀਏ ਜੋ ਮਰਦ ਹੈ, ਏਕਾ ਪੁਰਖ ਸਵਾਈ ਨਾਰ, ਅਕਾਲ ਪੁਰਖ ਵਾਹਿਗੁਰੂ ਹੀ ਇੱਕ ਆਪ ਮਰਦ ਹੈ, ਬਾਕੀ ਸਾਰੇ ਜੀਵ ਉਹਦੀਆਂ ਇਸਤਰੀਆਂ ਦੀ ਨਿਆਈ ਹਨ। ਉਸ ਮਰਦ ਨੂੰ, ਉਸ ਪੁਰਖ ਨੂੰ, ਉਸ ਪਰਮੇਸ਼ਰ ਨੂੰ ਤਿਆਗ ਕਰਕੇ ਜਿਨ੍ਹਾਂ ਮਨਮੁਖਾਂ ਨੇ ਮਨੁੱਖਾਂ ਦੀ ਆਸ ਤੱਕਣਾ ਕੀਤੀ ਹੈ, ਸੋ ਕਿ ਇਹ ਮੇਰਾ ਕੁਝ ਸਵਾਰ ਦੇਣਗੇ ਜਾਂ ਇਹਨਾਂ ਕਰਕੇ ਮੈਨੂੰ ਰੋਜੀ ਰੋਟੀ ਮਿਲਣੀ ਆ, ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ, ਮਨੁੱਖਾਂ ਦੇ ਭਰੋਸਾ ਹੈ, ਜਿਹੜਾ ਪਤਾ ਨਹੀਂ ਕਿਹੜੇ ਵੇਲੇ ਸਵਾਸ ਕਿੱਥੇ ਬੰਦ ਹੋ ਜਾਣੇ ਤੇ ਉੱਥੇ ਡਿੱਗ ਪੈਣਾ ਉਹਨੇ ਸਰੀਰ ਨੇ। ਉਹਦੇ ਤੇ ਬਹੁਤਾ ਭਰੋਸਾ, ਉਹਦਾ ਤੇ ਬਹੁਤਾ ਡਰ ਰੱਖਦਾ ਏ ਇਹ ਲਾਲਚੀ ਬੰਦਾ, ਇਹ ਮਨਮੁਖ ਜੀਵ ਹੈ। ਪਰ ਜੋ ਸਾਰਿਆਂ ਨੂੰ ਜੀਵਨ ਕਲਾ ਦੇਣ ਵਾਲਾ ਹੈ, ਜੋ ਸਾਰਿਆਂ ਦਾ ਜੀਵਨ ਰੂਪ ਹੈ, ਜੋ ਸਾਰਿਆਂ ਨੂੰ ਪੈਦਾ ਕਰਕੇ ਸੰਭਾਲ ਕਰ ਰਿਹਾ ਹੈ, ਜੋ ਨਰਕਾਂ ਤੋਂ ਬਚਾਉਣ ਵਾਲਾ ਹੈ, ਜੋ ਬਲ ਬਖਸ਼ਣ ਵਾਲਾ ਹੈ, ਪੌਰਖ ਬਖਸ਼ਣ ਵਾਲਾ ਹੈ, ਉਸ ਵਾਹਿਗੁਰੂ ਦਾ ਭੈ ਹੀ ਮਨ ਵਿੱਚ ਹੈ ਨਹੀਂ।
ਸੋ ਮਾਨਸ ਸੰਧੀ ਆਸ, ਇਹ ਮਾਨਸ ਕਹੀਏ, ਮਾਨ ਸਹਿਤ ਜੋ ਮਨੁੱਖ ਹੈ ਨਾ, ਇਹਨਾਂ ਦੀ ਸੰਧੀ ਦੀ ਜਿਸ ਨੇ ਆਸ ਤੱਕਣਾ ਕੀਤੀ ਹੈ ਨਾ, ਸਤਿਗੁਰੂ ਗਰੀਬ ਨਿਵਾਜ ਜੀ ਕਥਨ ਕਰਦੇ ਹਨ। ਦੁਐ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਸੋ ਦੁਐਤ ਭਾਵ ਵਿੱਚ ਲੱਗ ਕਰਕੇ ਫਿਰ ਵਿਗੁਚੀਏ ਖਰਾਬ ਹੁੰਦੇ ਆ, ਕਿਉਂਕਿ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦਾ ਭਾਵ ਆਪਣੇ ਮਨ ਚ ਲੈ ਆਂਦਾ ਨਾ। ਏਕ ਭਾਵ ਨੂੰ ਛੱਡ ਕੇ ਦੁਐਤ ਭਾਵ ਆਉਣ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਵਿਗੁਚੀਏ ਇਹ ਜੀਵ ਦੁਖੀ ਹੁੰਦਾ ਹੈ, ਖਰਾਬ ਹੁੰਦਾ ਹੈ। ਕਿਵੇਂ ਖਰਾਬ ਹੁੰਦਾ ਹੈ? ਗਲ ਪਾਈ ਸੋ ਜਮ ਕੀ ਫਾਸ ਹੈ, ਇਹਦੇ ਗਲੇ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ ਅੰਤ ਨੂੰ। ਕਿਉਂਕਿ ਇੱਥੇ ਤਾਂ ਬਥੇਰੇ ਨੇ ਆਪਣੇ ਆਸਰੇ ਮੰਨੇ ਆ, ਕਿਸੇ ਨੇ ਸੋ ਆਪਣੀ ਰੱਖਿਆ ਵਾਸਤੇ ਬਾਡੀਗਾਰਡ ਰੱਖੇ ਆ, ਫੌਜਾਂ ਰੱਖੀਆਂ, ਕਿਲੇ ਬਣਾਏ ਆ, ਹੋਰ ਤਰ੍ਹਾਂ ਤਰ੍ਹਾਂ ਦੇ ਨਾਲ ਜੋ ਰੱਖਿਆ ਕਵਚ ਪਹਿਨ ਕਰਕੇ ਆਪਣੀ ਰੱਖਿਆ ਕਰਨ ਲਈ ਕਿ ਮੇਰੇ ਸਰੀਰ ਦੀ ਰੱਖਿਆ ਹੋਵੇ। ਔਰ ਗੁਰੂ ਕੇ ਪਿਆਰਿਓ, ਜਾਮਾਂ ਦੀ ਫਾਹੀ ਤੋਂ ਬਚਾਉਣ ਵਾਲਾ ਇੱਕ ਪਰਮੇਸ਼ਰ ਹੀ ਹੈ। ਜੇ ਉਹਦੀ ਓਟ ਨਹੀਂ ਗ੍ਰਹਿਣ ਕੀਤੀ ਤਾਂ ਫਿਰ ਗਲ ਪਈ ਸੋ ਜਮ ਕੀ ਫਾਸ, ਗਲ ਦੇ ਵਿੱਚ ਜਮ ਦੀ ਫਾਹੀ ਆ ਪੈਂਦੀ ਹੈ। ਉਹ ਜਮ ਫਾਰਿਓ ਜਮ ਮਾਰਿਆ ਨਾ ਜਾਈ, ਕਿਸੇ ਦਾ ਉਹਨੂੰ ਕਿਸੇ ਦੀ ਕਾਨ ਕਨੋਟ ਨਹੀਂ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਡਾਨੀ ਰੇ, ਜਮ ਕਾਲ ਇਹੋ ਜਿਹਾ ਸੋ ਜ਼ੋਰਾਵਰ ਹੈ। ਕਿਸੇ ਰਾਜੇ ਨੂੰ ਨਹੀਂ ਗਿਣਦਾ ਕਿ ਵੱਡਾ ਬਾਦਸ਼ਾਹ ਹੈ, ਕਿਸੇ ਨੂੰ ਨਹੀਂ ਗਿਣਦਾ ਕਿ ਵਿਚਾਰੀ ਪਰਜਾ ਹੈ, ਇੱਥੇ ਹੀ ਤਰਸ ਕਰ ਲਾਂ, ਨਹੀਂ। ਜਿਨੈ ਪਾਤਸ਼ਾਹੀ ਕਰੀ ਜੋਗ ਕੋਟ ਜੁਗਿਅੰ, ਰਸੰ ਅਨ ਰਸੰ ਭਲੀ ਭਾਂਤ ਭੁਗਿਅੰ। ਵਹਿ ਅੰਤ ਕੋ ਪਾਏ ਨਾਂਗੇ ਪਧਾਰੇ, ਗਿਰੇ ਦੀਨ ਦੇਖੇ ਹਠੀ ਕਾਲ ਮਾਰੇ। ਜਿਨ੍ਹਾਂ ਨੇ ਕਰੋੜਾਂ ਯੁੱਗ ਧਰਤੀ ਤੇ ਸਾਰੀ ਧਰਤੀ ਨੂੰ ਮਲ ਕੇ ਪਾਤਸ਼ਾਹਤ ਕੀਤੀ ਕਿ ਅਸੀਂ ਰਾਜੇ ਹਾਂ, ਅਸੀਂ ਪਾਤਸ਼ਾਹ ਹੈ, ਮਾਲਕ ਹਾਂ ਇਸ ਧਰਤੀ ਦੇ। ਤਰ੍ਹਾਂ ਤਰ੍ਹਾਂ ਦੇ ਪਦਾਰਥ, ਬਹੁਤ ਪ੍ਰਕਾਰ ਦੇ ਰਸ ਅਨ ਰਸ ਭੋਗਣਾ ਕੀਤੇ, ਬੜੇ ਸਵਾਦ ਚਖੇ, ਔਰ ਸਾਰਿਆਂ ਨੂੰ ਆਪਣੇ ਅਧੀਨ ਰੱਖਿਆ, ਈਨ ਬਣਾਈ ਰੱਖੀ। ਲੱਖ ਮੁੰਦਿਆਂ ਸੋ ਲੱਖ ਜੋ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਲੱਖਾਂ ਹੀ ਰੁਪਈਆਂ ਦੇ, ਟਕਿਆਂ ਦੇ, ਸੋ ਡਾਲਰਾਂ ਦੇ, ਪਾਉਂਡਾਂ ਦੇ, ਹੋਰ ਯੂਰੋ ਐਰੋ ਆਦਿਕ ਬੜੇ ਪ੍ਰਕਾਰ ਦੇ ਵੱਡੇ ਵੱਡੇ ਬਣਾ ਕੇ ਹੀਰੇ ਮੋਤੀ ਸੋਨਿਆਂ ਦੇ ਹਾਰ ਪਾਏ ਗਲਾਂ ਵਿੱਚ, ਸੋਹਣੇ ਲੱਗਣ ਵਾਸਤੇ। ਪਰ ਆਖਰ ਨੂੰ ਉਹ ਜੋ ਸਿਰ ਤੋਂ ਲੈ ਕਰਕੇ ਪੈਰਾਂ ਦੀ ਜੁੱਤੀ ਤੱਕ ਸੋਨਾ ਹੀਰਾ, ਜਿਹੜੇ ਵਸਤਰ ਪਹਿਨਦੇ ਸੀ, ਇਹ ਸਾਰਾ ਕੁਝ ਪਹਿਨਦੇ ਸੀ, ਆਖਰ ਨੂੰ ਪਾਏ ਨਾਂਗੇ ਪਧਾਰੇ, ਨੰਗੇ ਪੈਰੀਂ ਗਏ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ, ਉਹਨਾਂ ਨੂੰ ਡਿੱਗਿਆ ਹੋਇਆਂ ਨੂੰ ਦੀਨਤਾ ਦੇ ਸਹਿਤ ਵੇਖਣਾ ਕੀਤਾ। ਬੜੇ ਆਜ ਜੋ ਕਰਕੇ ਕੁਰਲਾ ਕੁਰਲਾ ਕੇ ਵਿਆਕੁਲ ਹੋ ਕਰਕੇ ਕੁਰਲਾਉਂਦੇ ਆ ਕਿ ਸਾਨੂੰ ਕੋਈ ਬਚਾ ਲੇ, ਸਾਡੀ ਆ ਦੌਲਤ ਲੈ ਲਓ, ਅੱਧਾ ਰਾਜ ਭਾਗ ਲੈ ਲਓ, ਪਰ ਮੈਨੂੰ ਬਚਾ ਲਓ।
ਪਰ ਕਾਲ ਨੇ ਨਹੀਂ ਵੇਖਿਆ। ਦੀਨ ਹੋਇਆ ਨੂੰ ਡਿੱਗਿਆ ਨੂੰ ਵੇਖ ਕੇ ਵੀ ਉਹਨੇ ਹਾਠੀ ਕਾਲ ਮਾਰੇ। ਹਾਠ ਵਾਲੇ ਕਾਲ ਨੇ ਝਪਟ ਲਿਆ, ਮਾਰ ਲਿਆ, ਨਹੀਂ ਛੱਡਿਆ ਕਿਸੇ ਨੂੰ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਵੇਖੋ ਭਾਈ, ਇੱਥੇ ਤੇ ਪੈਸੇ ਚਾਰ ਇਕੱਠੇ ਕਰ ਲਏ, ਸ਼ਾਹੂਕਾਰ ਕਹਾ ਲਿਆ, ਕੋਈ ਧਰਤੀ ਦੇ ਕਬਜ਼ਾ ਕਰਕੇ ਆਪਣੇ ਆਪ ਨੂੰ ਰਾਜਾ ਕਹਾ ਲਿਆ, ਪਰ ਅੱਗੇ ਜਿੱਥੇ ਜਾ ਕਰਕੇ ਬੜਾ ਭਾਰੀ ਪ੍ਰਲੋਕ ਦੇ ਵਿੱਚ ਸਜ਼ਾਵਾਂ ਮਿਲਦੀਆਂ, ਜਿੱਥੇ ਸਮੁੰਦਰ ਲੰਘਣੇ ਪੈਂਦੇ ਆ, ਨਦੀਆਂ ਲੰਘਣੀਆਂ ਪੈਂਦੀਆਂ ਲਹੂ ਪਾਕ ਦੀਆਂ ਇਤਿਆਦਿਕ ਅੱਗ ਦੀਆਂ ਨਦੀਆਂ, ਉੱਥੇ ਪਤਾ ਲੱਗਦਾ ਕਿ ਕਿਹੜਾ ਸ਼ਾਹ ਅਤੇ ਕਿਹੜਾ ਸ਼ਾਹੂਕਾਰ ਹੈ। ਉੱਥੇ ਸਤਿਗੁਰ ਬੇਲੀ ਹੋਏ, ਕੱਢ ਲਏ ਅੰਤੀ ਆਵਾਜ਼। ਜੇਕਰ ਸਤਿਗੁਰੂ ਜੀ ਨੂੰ ਆਪਣਾ ਮਿੱਤਰ ਬਣਾਇਆ ਨਾ, ਪਿਆਰਾ ਬਣਾਇਆ, ਤੇ ਸਤਿਗੁਰੂ ਗਰੀਬ ਨਿਵਾਜ ਹੀ ਕੱਢ ਸਕਦੇ ਆ, ਬਾਕੀ ਉੱਥੇ ਕਿਸੇ ਦੀ ਵਾਹ ਨਹੀਂ ਚੱਲਣੀ। ਇਸ ਕਰਕੇ ਧੰਨ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ, ਇੱਕ ਗੁਰੂ ਦੇ ਨਾਲ ਪ੍ਰੇਮ ਛੱਡ ਕਰਕੇ ਜੇ ਹੋਰ ਦਵੈਤ ਭਾਵ ਵਿੱਚ ਜਿਨ੍ਹਾਂ ਪ੍ਰੇਮ ਲਾਇਆ ਨਾ, ਉਹ ਖਰਾਬ ਹੁੰਦੇ ਆ। ਉਹਨਾਂ ਦੇ ਗਲ ਵਿੱਚ ਜਾਵਾਂ ਦੀ ਫਾਹੀ ਪੈਂਦੀ ਹੈ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਗੁਰੂ ਪਿਆਰਿਓ, ਜਿਹੋ ਜਿਹਾ ਕੋਈ ਬੀਜ ਬੀਜਦਾ ਨਾ, ਉਹੋ ਜਿਹੀ ਫਸਲ ਵੱਢਦਾ ਹੈ। ਜਿਸ ਨੇ ਕਣਕ ਬੀਜੀ, ਉਹ ਕਣਕ ਹੀ ਵੱਢੇਗਾ। ਜਿਹਨੇ ਝੋਨਾ ਲਾਇਆ, ਉਹ ਝੋਨਾ ਹੀ ਵੱਢੇਗਾ। ਜਿਸ ਨੇ ਕਿੱਕਰਾਂ ਦੇ ਬੀਜ ਬੀਜੇ ਆ, ਉਹ ਕਿੱਕਰਾਂ ਦੇ ਉਹਨੂੰ ਕੰਡੇ ਵੱਜਣੇ ਆ, ਨਾ ਕਿ ਉੱਥੋਂ ਅੰਬ ਤੋੜ ਕੇ ਖਾ ਲਏਗਾ ਕਿੱਕਰਾਂ ਤੋਂ, ਨਾ ਉੱਥੋਂ ਉਹ ਬਿਜੌਰ ਦੀਆਂ ਦਾਖਾਂ ਖਾ ਸਕੇਗਾ। ਆਪ ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਣਾ ਪੈਣਾ। ਔਰ ਜਿਹਨੇ ਦੁੱਖ ਸੋ ਦੁੱਖਾਂ ਦੇ ਬੀਜੇ ਆ ਨਾ, ਪਾਪ ਕੀਤੇ, ਪਾਪ ਕਰਦਾ, ਉਹਨੂੰ ਦੁੱਖ ਹੀ ਪ੍ਰਾਪਤ ਹੋਣੇ ਆ। ਜਿਸ ਨੇ ਪੁੰਨ ਦਾਨ ਕੀਤਾ, ਸੇਵਾ ਸਿਮਰਨ ਕੀਤਾ, ਜਪਿਆ ਹੈ, ਜਪਾਇਆ ਹੈ, ਸੇਵਾ ਕਰਕੇ ਲਾਹ ਲਿਆ, ਗੁਰੂ ਪਿਆਰਿਓ, ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹ ਲੁਡਾਈਐ। ਜਿਹੜੇ ਇੱਥੇ ਦੁਨੀਆ ਦੇ ਵਿੱਚ ਸਰੀਰ ਵਿੱਚ ਰਹਿੰਦੇ ਆ, ਜਦੋਂ ਹੱਥ ਪੈਰ ਚੱਲਦੇ ਆ ਤੇ ਉਹ ਸੇਵਾ ਕਰਦੇ ਆ ਨਾ, ਉਹ ਸੇਵਾ ਕੀਤੀ ਨਿਸ਼ਕਾਮ ਹੋ ਕਰਕੇ, ਸੇਵਾ ਕੀਤੀ ਨਿਮਰਤਾ ਧਾਰ ਕੇ, ਸੇਵਾ ਕੀਤੀ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ, ਤਾਂ ਦਰਗਹਿ ਬੈਸਣ ਪਾਈਏ, ਉਹਨਾਂ ਨੂੰ ਦਰਗਾਹ ਦੇ ਵਿੱਚ ਅਸਥਾਨ ਮਿਲਦਾ। ਕਹੋ ਨਾਨਕ ਬਾਹ ਲੁਡਾਈਐ। ਮਹਾਰਾਜ ਕਹਿੰਦੇ ਉਹ ਬਾਹਾਂ ਲੁਟਾ ਕੇ ਉਲਾਰ ਕੇ ਜਾਂਦੇ ਆ। ਜਿੰਨਾ ਕੋਈ ਖੁਸ਼ੀ ਨਾਲ ਤੁਰਦਾ ਨਾ, ਤੇ ਜਿਹਨੂੰ ਕੋਈ ਗਮੀ ਹੋਵੇ, ਉਹ ਝੂਰਾ ਜਿਹਾ ਬਾਹਾਂ ਇਕੱਠੀਆਂ ਕਰਕੇ ਤੇ ਚਿਹਰਾ ਮੁਰਝਾ ਕੇ ਜਾਂਦਾ, ਉਹ ਬਾਹਾਂ ਉਲਾਰ ਕੇ ਲੁਟਾ ਕੇ ਜਾਂਦਾ। ਕਹਿੰਦਾ ਵੀ ਸੋ ਅੱਗੇ ਖੁਸ਼ੀਆਂ ਮਿਲਣੀਆਂ। ਇਸ ਪ੍ਰਕਾਰ ਨਾਲ ਸੇਵਾ ਕੀਤੀ ਜਿਹੜੀ ਆ, ਉਹ ਲਾਭਦਾਇਕ ਹੈ, ਲਾਹਾ ਮਿਲਦਾ ਉਹਦਾ। ਪਰ ਜਿਹੜੇ ਸੇਵਾ ਤੋਂ ਕੰਨੀ ਕਤਰਾਉਂਦੇ ਆ, ਗੁਰੂ ਪਿਆਰਿਓ, ਖੀਰ ਖਾਣੇ ਸਿੱਖ ਦੀ ਸਾਖੀ ਆਪਾਂ ਪਹਿਲਾਂ ਵੀ ਸ਼ਾਇਦ ਕਈ ਵਾਰੀ ਸਰਵਣ ਕੀਤੀ ਆ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਾਸ ਖਡੂਰ ਸਾਹਿਬ ਵਿਖੇ ਗਰੀਬ ਨਿਵਾਜ ਜੀ ਦੇ ਲੰਗਰਾਂ ਦੇ ਵਿੱਚ, ਗੁਰੂ ਕੇ ਲੰਗਰਾਂ ਵਿੱਚ ਸੋ ਖੀਰ ਬਣਦੀ ਸੀ। ਖੀਰ ਦੇਸੀ ਘਿਓ ਵਿੱਚ ਪਾ ਕੇ ਛਕਾਇਆ ਜਾਂਦਾ ਸੀ।
ਖੈਰੇ ਜੱਟਾਂ ਦੇ ਪਸ਼ੂ ਜਿਹੜੇ ਸੀ, ਮੱਝਾਂ ਜੋ ਸਨ, ਉਹ ਖਰਾਬ ਕਰਦੀਆਂ ਸੀ, ਦੁੱਧ ਨਹੀਂ ਸੀ ਦਿੰਦੀਆਂ ਜਾਂ ਬਿਮਾਰ ਰਹਿੰਦੀਆਂ ਸੀ। ਬਾਬਾ ਬੁੱਢਾ ਜੀ ਪਾਸ ਉਹਨਾਂ ਬੇਨਤੀ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵਚਨ ਕੀਤਾ ਕਿ ਗੁਰੂ ਕੇ ਲੰਗਰਾਂ 'ਚ ਦੁੱਧ ਪਾਇਆ ਕਰੋ, ਆਪੇ ਚੜ੍ਹਦੀ ਕਲਾ ਹੋਏਗੀ। ਗੁਰੂ ਪਿਆਰਿਓ, ਸੋ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਵਿੱਚ ਰੋਜ਼ ਖੀਰ ਬਣਨੀ, ਦੇਸੀ ਘਿਓ ਪਾ ਕੇ ਵਰਤਣੀ। ਹੁਣ ਜਿੱਥੇ ਚੰਗਾ ਚੋਖਾ ਬਣਦਾ ਹੋਵੇ, ਸਵਾਦ ਦੇ ਪਦਾਰਥ ਮਿਲਦੇ ਹੋਣ, ਉੱਥੇ ਗੁਰੂ ਕੇ ਪ੍ਰੇਮੀ ਦੇ ਜਿੱਥੇ ਆ ਕੇ ਸੇਵਾ ਕਰਨ ਆਉਣਾ ਹੀ ਗੁਰੂ ਕੇ ਹਜ਼ੂਰ, ਉੱਥੇ ਨਾਲ ਫਿਰ ਛਕਣ ਛਕਾਉਣ ਵਾਲੇ ਵੀ ਪ੍ਰੇਮੀ ਵੀ ਆ ਜਾਂਦੇ ਆ। ਇੱਕ ਸਿੱਖ ਉੱਥੇ ਰਹਿ ਰਿਹਾ ਸੀ, ਰੋਜ਼ ਗੁਰੂ ਕੇ ਲੰਗਰਾਂ 'ਚੋਂ ਖੀਰ ਰੱਜ ਕੇ ਛਕਣੀ, ਤੇ ਖੀਰ ਛਕੀ ਹੋਵੇ ਤੇ ਰੱਜ ਕੇ ਪ੍ਰਸ਼ਾਦਾ ਛਕਿਆ ਹੋਵੇ, ਨੀਂਦ ਵੀ ਉਨੀ ਜ਼ਿਆਦਾ ਆਉਂਦੀ ਆ। ਹੁਣ ਵੱਖਰਾ ਜਿਹਾ ਕਮਰੇ 'ਚ ਉਹਨੇ ਉੱਤੇ ਪਿਆ ਰਹਿਣਾ, ਛਕ ਛਕਾ ਕੇ, ਕਈ ਵਾਰੀ ਆਪ ਹੀ ਬਾਟੇ ਭਰ ਕੇ ਲਾਏ ਨੇ, ਕਮਰੇ 'ਚ ਹੀ ਛਕ ਲੈਣੀ। ਸੋ ਸੰਗਤ ਵੇਲੇ ਜਦੋਂ ਦੋਨੋਂ ਸਮੇਂ ਸਤਿਗੁਰਾਂ ਦੇ ਹਜ਼ੂਰ ਦੀਵਾਨ ਸੱਜਦਾ, ਕਦੀ ਗੁਰੂ ਕਾ ਇਹ ਸੋ ਖੀਰ ਦਾ ਪ੍ਰੇਮੀ ਕਦੀ ਨਹੀਂ ਆਇਆ। ਬਸ ਉੱਥੋਂ ਲੰਗਰ 'ਚ ਤੇ ਲੰਗਰ 'ਚੋਂ ਆਪਣੇ ਕਮਰੇ 'ਚ। ਸੋ ਗੁਰੂ ਕੇ ਪਿਆਰਿਓ, ਇੱਕ ਦਿਨ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਜਿੱਥੇ ਗੁਰਦੁਆਰਾ ਮੱਲ ਅਖਾੜਾ ਨਾ, ਇੱਥੇ ਦੀਵਾਨ ਸਜਾਇਆ, ਤੇ ਇਹ ਕਮਰੇ 'ਚੋਂ ਜਦੋਂ ਦਿਨ ਚੜ੍ਹਿਆ ਨਾ, ਸੂਰਜ ਤਪਿਆ, ਉਸ ਵੇਲੇ ਨਿਕਲਿਆ। ਹੁਣ ਇਹਨੂੰ ਪਤਾ ਨਹੀਂ ਲੱਗਾ, ਅਜੇ ਅੱਖਾਂ ਖੋਲ੍ਹੀਆਂ ਨਹੀਂ ਸੀ ਚੰਗੀ ਤਰ੍ਹਾਂ, ਅੱਖਾਂ ਜੀਆਂ ਵਲਦਾ ਜੋ ਬਾਹਰ ਇਹਨੇ ਵੇਖਿਆ ਤੇ ਮਹਾਰਾਜ ਸਾਹਿਬ। ਫਿਰ ਹੁਣ ਮੱਥਾ ਟੇਕਣਾ ਪੈ ਗਿਆ। ਅੱਗੇ ਤੇ ਕਦੀ ਮੱਥਾ ਟੇਕਿਆ ਨਹੀਂ ਸੀ, ਲੰਗਰ ਤੱਕ ਹੀ ਪਹੁੰਚ ਸੀ, ਸੋ ਆਪਣੀ ਆਵਾਜਾਈ ਸੀ। ਹੁਣ ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ, ਸਤਿਗੁਰਾਂ ਪੁੱਛਿਆ, ਆ ਸਿੱਖਾ ਕਿੱਥੋਂ ਆਇਆ, ਕਿੱਥੇ ਰਹਿਣਾ? ਕਹਿਣ ਲੱਗਾ, ਮਹਾਰਾਜ ਇੰਨਾ ਚਿਰ ਹੋ ਗਿਆ ਮੈਂ ਤੁਹਾਡੇ ਹਜ਼ੂਰ ਹੀ ਰਹਿਣਾ। ਸਤਿਗੁਰਾਂ ਪੁੱਛਿਆ ਵੀ ਤੇਰੇ ਕਦੀ ਤੈਨੂੰ ਦੇਖਿਆ ਨਹੀਂ, ਕਦੀ ਦਰਸ਼ਨ ਨਹੀਂ ਹੋਏ ਕਦੀ? ਕਹਿਣ ਲੱਗਾ ਜੀ ਮੈਂ ਸੋ ਸਤਿਗੁਰਾਂ ਪੁੱਛਿਆ ਵੀ ਕੀ ਸੇਵਾ ਕਰਦਾ? ਕਹਿਣ ਲੱਗਾ, ਮਹਾਰਾਜ ਸੇਵਾ ਆਪ ਜੀ ਨੇ ਦੱਸੀ ਕੋਈ ਨਹੀਂ, ਤੇ ਮੈਂ ਇਸ ਕਰਕੇ ਕਰਦਾ ਨਹੀਂ। ਆਪ ਜੀ ਹੁਕਮ ਲਾਓ, ਸੇਵਾ ਕਰਾਂਗਾ। ਆ ਬਾਬਾ ਬੁੱਢਾ ਜੀ ਆਦਿਕ ਸਿੱਖ ਕਹਿੰਦੇ ਸੀ, ਮੈਂ ਕਿਹਾ ਤੁਹਾਡੇ ਆਖੇ ਨਹੀਂ ਕਰਨੀ, ਗੁਰੂ ਸਾਹਿਬ ਵੀ ਕਹਿਣਗੇ ਤੇ ਕਰੂੰਗਾ। ਸੋ ਗੁਰੂ ਕੇ ਪਿਆਰਿਓ, ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਜੀ ਨੇ ਤੱਕਿਆ ਵੀ ਇਹਦੀ ਤੇ ਉਮਰ ਹੀ ਥੋੜ੍ਹੀ ਰਹਿ ਗਈ ਆ, ਹੁਣ ਇਹ ਕਿਹੜੀ ਸੇਵਾ ਕਮਾਵੇਗਾ ਤੇ ਕੀ ਫਲ ਪਾਵੇਗਾ? ਸਾਰਾ ਸਮਾਂ ਤੇ ਇਹਨੇ ਖੀਰ ਖਾ ਕੇ ਵਿਹਲੇ ਸਵਾਸ ਵਿਅਰਥੀ 'ਚ ਹੀ ਇਹਨੇ ਗਵਾ ਲਿਆ। ਮਹਾਰਾਜ ਜੀ ਨੇ ਭਲਾ ਕਰਨਾ ਚਾਹਿਆ, ਸਤਿਗੁਰਾਂ ਕਹਿ ਜਾ ਇੱਦਾਂ ਕਰ, ਫਿਰ ਹੁਣ ਜੰਗਲ 'ਚ ਜਾ ਕੇ ਤੇ ਚਿਖਾ ਬਣਾ, ਤੇ ਉੱਥੇ ਤੂੰ ਚਿਖਾ ਬਾਲ ਕੇ ਤੇ ਵਿੱਚ ਆਪਣਾ ਸਰੀਰ ਖਤਮ ਕਰ ਲਾ। ਇਹੀ ਸੇਵਾ ਤੈਨੂੰ ਹੁਣ ਫੜੇਗੀ, ਹੋਰ ਨਹੀਂ ਕੋਈ। ਹੁਣ ਗੁਰੂ ਕੇ ਪਿਆਰਿਓ, ਜੇ ਤੇ ਗੁਰੂ ਨਾਲ ਹੁੰਦਾ ਪ੍ਰੇਮ ਤੇ ਫਿਰ ਇਹ ਵੀ ਬੜਾ ਸੌਖਾ ਸੌਦਾ ਸੀ, ਬੜਾ ਸਸਤਾ ਸੌਦਾ ਸੀ। ਮਹਾਰਾਜ ਦੇ ਵਚਨਾਂ ਨਾਲ ਪ੍ਰੇਮੀ ਸਿੱਖ ਨੇ ਤੇ ਉਸੇ ਵੇਲੇ ਭੱਜ ਕੇ ਇਹ ਕਾਰਜ ਕਰ ਲੈਣਾ ਸੀ, ਪਰ ਸੇਵਾ ਨਹੀਂ ਸੀ ਕਮਾਈ, ਪ੍ਰੇਮ ਤੇ ਸੀ ਖੀਰ ਨਾਲ, ਤੇ ਗੁਰੂ ਨਾਲ ਪ੍ਰੇਮ ਨਹੀਂ ਸੀ, ਤੇ ਹੁਣ ਕੀ ਕਰੇ ਵਿਚਾਰਾ, ਕਰਮਾਂ ਦਾ ਮਾੜਾ। ਗਿਆ ਜੰਗਲ 'ਚ, ਚਿਖਾ ਵੀ ਲੱਕੜਾਂ ਇਕੱਠੀਆਂ ਕਰਕੇ ਬਣਾ ਲਈ, ਅੱਗ ਵੀ ਲਾ ਲਈ, ਹੁਣ ਸੜੇ ਕੇਰਾ। ਸੋ ਪਰਿਕਰਮਾ ਜੀਆਂ ਕਰੀ ਜਾਵੇ। ਇੰਨੇ ਚਿਰ ਨੂੰ ਇੱਕ ਚੋਰ ਆਇਆ, ਮੇਰਾ ਤਾੜਵੀ।
ਉਹ ਕਿਤੇ ਚੋਰੀ ਕਰਕੇ ਜੇ ਭੱਜਿਆ ਸੀ, ਉਹਦੇ ਕੋਲ ਗਹਿਣਿਆਂ ਦੀ ਉਹ ਪੰਡ ਸੀ। ਕਹਿਣ ਲੱਗਾ, ਸਿੱਖਾ ਵੇਖਣ ਨੂੰ ਤੂੰ ਗੁਰੂ ਕਾ ਸਿੱਖ ਜਾਪਦਾ, ਪਰ ਇਹ ਅਗਨੀ ਦੀਆਂ ਤੂੰ ਪ੍ਰਕਰਮਾਂ ਕਿਉਂ ਕਰਦਾ? ਗੁਰੂ ਕੇ ਸਿੱਖ ਤਾਂ ਗੁਰੂ ਦੀਆਂ ਪ੍ਰਕਰਮਾਂ ਸਤਿਗੁਰਾਂ ਦੀਆਂ ਕਰਦੇ ਆ। ਦੱਸਣ ਲੱਗਾ, ਕਹਿਣ ਲੱਗਾ, ਜੀ ਕੀ ਦੱਸਾਂ ਤੁਹਾਨੂੰ, ਚੰਗੇ ਭਲੇ ਰਹਿੰਦੇ ਸਾਂ ਸੁੱਖਾਂ ਦੇ ਨਾਲ, ਖੀਰ ਖਾਂਦੇ ਸੀ ਦੇਸੀ ਘਿਓ ਦੀ, ਪਰ ਈਰ ਖਾਲੂਆਂ ਤੋਂ ਜਰਿਆ ਨਹੀਂ ਗਿਆ। ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਮੇਰੀ ਸ਼ਿਕਾਇਤ ਲਾਤੀ ਅਤੇ ਮਹਾਰਾਜ ਨੇ ਆਹ ਵਚਨ ਕਰਤੇ, ਹੁਣ ਦੱਸੋ ਮੈਂ ਕੀ ਕਰਾਂ? ਸੜਨਾ ਕੋਈ ਸੌਖਾ? ਉਹ ਕਹਿੰਦਾ ਵੀ ਗੁਰੂ ਦੇ ਬਚਨ ਆਂਦਾ, ਹਾਂਜੀ। ਗੁਰੂ ਪਿਆਰਿਓ, ਉਹਦਾ ਕੋਈ ਚੰਗਾ ਕਰਮ ਜਾਗਿਆ। ਉਹ ਕਹਿੰਦਾ, ਜਾ ਆ ਸਾਰੀ ਪੰਡ ਲੈ ਲਾ ਸੋਨੇ ਦੀ, ਆ ਜੋ ਕੁਝ ਗਹਿਣੇ ਸਭ ਕੁਝ ਲੈ ਲਾ, ਪੈਸਾ ਧੇਲਾ, ਤੇ ਮੈਨੂੰ ਬਚਨ ਦੇ ਦੇ। ਇਹ ਕਹਿੰਦਾ, ਵਧੀਆ ਸੌਦਾ, ਉਸ ਵੇਲੇ ਇਹਦਾ ਤੈਨੂੰ ਬਚਨ ਮਿਲ ਗਿਆ। ਗੁਰੂ ਪਿਆਰਿਓ, ਅੱਗ ਲਾ ਕੇ ਉਹ ਚਿਖਾ ਵਿੱਚ ਬੈਠਾ ਰਿਹਾ, ਸਾਰੀਆਂ ਲੱਕੜਾਂ ਸੜ ਗਈਆਂ। ਫਿਰ ਕਹਿੰਦੇ ਗੁਰੂ ਗਰੀਬ ਨਿਵਾਜ ਜੀ ਦੇ ਪਾਸ ਆ ਕੇ ਤੇ ਉਹਨੇ ਸਿੱਖੀ ਧਾਰਨ ਕਰ ਲਈ। ਦੋ ਤਰ੍ਹਾਂ ਨਾਲ ਇਹ ਇਤਿਹਾਸ ਆਉਂਦਾ। ਦੂਜੇ ਜੋ ਸਾਖੀ ਇਸ ਤਰ੍ਹਾਂ ਲਿਖੀ ਹੈ ਕਿ ਇਹ ਸੜ ਗਿਆ, ਸਰੀਰ ਇਹਦਾ ਭਸਮ ਹੋ ਗਿਆ ਤੇ ਇਹ ਵੈਕੁੰਠ ਨੂੰ ਚਲਾ ਗਿਆ ਫਿਰ ਗੁਰੂ ਦੇ ਬਚਨਾਂ ਸਦਕਾ। ਪਰ ਉਹ ਜਿਹੜਾ ਖੀਰ ਖਾਣਾ ਸੀ, ਇੰਨੇ ਚਿਰ ਨੂੰ ਹਾਕਮ ਦੇ ਸਿਪਾਹੀ ਲੱਭਦੇ ਆਏ ਜਿਸ ਰਾਜੇ ਦੀ ਚੋਰੀ ਹੋਈ ਸੀ। ਉਹਨਾਂ ਵੇਖਿਆ ਕਿ ਇਹੀ ਚੋਰ ਆ, ਇਹਦੇ ਕੋਲ ਆ ਸਾਰਾ ਸਮਾਨ ਹੈ। ਫੜ ਕਰਕੇ ਤੇ ਉਹਨਾਂ ਸੂਲੀ ਤੇ ਚਾੜ੍ਹਤਾ। ਗੁਰੂ ਪਿਆਰਿਓ, ਮੌਤ ਤੋਂ ਬਚਣਾ ਚਾਹੁੰਦਾ ਸੀ, ਮਰਿਆ ਵੀ ਕਮੌਤੇ, ਪਰ ਜੇ ਗੁਰੂ ਕੇ ਬਚਨਾਂ ਸਦਕਾ ਸਰੀਰ ਤਿਆਗਦਾ ਤੇ ਮੁਕਤ ਹੋ ਜਾਣਾ ਸੀ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਪਿਆਰਿਆ, ਇਹ ਜਿਹੜਾ ਸਰੀਰ ਮਿਲਿਆ ਨਾ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਦੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਗੁਰੂ ਸਾਹਿਬ ਜੀ ਦੀ ਸੇਵਾ ਕਰ ਤੇ ਭਗਤੀ ਕਰ, ਤਾਂ ਇਹ ਤੇਰੀ ਮਾਨਸ ਦੇਹੀ ਪਾਈ ਹੋਈ ਸਫਲ ਹੈ। ਵੇਖ, ਇਸ ਦੇਹੀ ਨੂੰ ਤਾਂ ਦੇਵਤੇ ਵੀ ਤਰਸਦੇ ਆ ਕਿ ਅਸੀਂ ਇਹ ਮਨੁੱਖਾ ਜਨਮ ਧਾਰੀਏ ਤੇ ਗੁਰੂ ਕੀ ਸੇਵਾ ਕਰਕੇ ਸਫਲ ਹੋਈਏ। ਤੂੰ ਇਹ ਸਰੀਰ ਪ੍ਰਾਪਤ ਕੀਤਾ ਹੈ, ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ, ਤੂੰ ਭਜ ਹਰਿ ਕੀ ਸੇਵਾ, ਵਾਹਿਗੁਰੂ ਦੀ ਸੇਵਾ ਕਰ, ਸਤਿਗੁਰੂ ਜੀ ਦੀ ਸੇਵਾ ਕਰ ਲੈ। ਇਸ ਸਰੀਰ ਦਾ ਗੁਰੂ ਕੇ ਪਿਆਰਿਓ ਲਾਹਾ ਲਓ। ਗਰੀਬ ਨਿਵਾਜ ਸਤਿਗੁਰੂ ਕਥਨ ਕਰਦੇ ਹਨ, ਜਿਨ੍ਹਾਂ ਸੇਵਾ ਕਮਾਈ ਉਹ ਲਾਹਾ ਲੈ ਗਏ। ਦੂਜੇ ਜਿਹੜੇ ਆ, ਜਿਹੋ ਜਿਹਾ ਲਿਖਿਆ ਕਮਾਉਂਦੇ ਇੱਥੇ ਸੰਸਾਰ ਵਿੱਚ, ਉਹੋ ਜਿਹਾ ਫਿਰ ਫਲ ਅੱਗੇ ਪਰਲੋਕ ਵਿੱਚ ਪ੍ਰਾਪਤ ਕਰਦੇ ਹਨ। ਜਿਨ੍ਹਾਂ ਨੇ ਪਾਪ ਕੀਤੇ ਉਹ ਦੁੱਖ ਫਲ ਪ੍ਰਾਪਤ ਕਰਦੇ ਹਨ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਗੁਰੂ ਕੇ ਪਿਆਰਿਓ, ਇਸ ਕਰਕੇ ਇਹ ਸਾਖੀ ਤੋਂ ਸੁਣਾਉਣ ਤੋਂ ਭਾਵ ਇਹੀ ਹੈ, ਗੁਰੂ ਕੀ ਸਿੱਖਿਆ ਸੁਣਨੀ ਹੈ। ਇਹ ਜੋ ਗੁਰ ਇਤਿਹਾਸ ਦੀਆਂ ਸਾਖੀਆਂ ਸਰਵਣ ਕਰਨੀਆਂ, ਇਹਨਾਂ ਤੋਂ ਇਹ ਸਰਵਣ ਕਰਕੇ ਲਾਹਾ ਲੈਣਾ, ਸਿੱਖਿਆ ਲੈਣੀ ਹੈ ਕਿ ਇਸ ਤਰ੍ਹਾਂ ਨਾਲ ਜਿਨ੍ਹਾਂ ਨੇ ਗੁਰੂ ਘਰਾਂ ਵਿੱਚ ਰਹਿ ਕੇ ਵੀ ਸੇਵਾ ਨਹੀਂ ਕੀਤੀ, ਇਕੱਲਾ ਖਾਣ ਪੀਣ ਵੱਲ ਹੀ ਧਿਆਨ ਰੱਖਿਆ, ਉਹ ਲਾਹਾ ਨਹੀਂ ਲੈ ਸਕੇ। ਜੋ ਭਾਵੇਂ ਦੂਰ ਰਹਿੰਦੇ ਹਨ ਗੁਰੂ ਘਰ ਤੋਂ, ਆ ਕੇ ਸੇਵਾ ਕਰਕੇ ਕਮਾ ਕੇ ਇੱਥੇ ਚਲੇ ਜਾਂਦੇ ਆ, ਲਾਹਾ ਲੈ ਕੇ ਜਾਂਦੇ ਆ। ਸੋ ਇਸ ਤਰ੍ਹਾਂ ਗੁਰੂ ਘਰ ਰਹਿ ਕੇ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ,
ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜ੍ਹੇ ਸੁਆਇਆ। ਵਡਿਆਈ ਵੱਡਾ ਪਾਇਆ। ਇਹ ਸੇਵਾ ਦਾ ਅਸਲ ਲਾਹਾ ਉਹਨਾਂ ਗੁਰਮੁਖਾਂ ਨੇ ਲੈਣਾ ਕੀਤਾ ਹੈ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਸੋ ਦੂਜਿਆਂ ਦੀ ਇਹ ਅਵਸਥਾ ਰੂਪੀ ਰੈਣ ਵਿਹਾਣੀ ਪਛਤਾਣੀ। ਜਦੋਂ ਅਵਸਥਾ ਰੂਪੀ ਰਾਤ ਵਿਹਾਣੀ ਬਤੀਤ ਹੋ ਗਈ ਤੇ ਇਹ ਜੀਵ ਰੂਪ ਇਸਤਰੀ ਫਿਰ ਪਛਤਾਉਂਦੀ ਆ ਕਿ ਹੁਣ ਕੀ ਕਰਾਂ। ਜਦੋਂ ਕਾਲ ਰੂਪੀ ਦਿਨ ਚੜ੍ਹ ਗਿਆ, ਸੇਵਾ ਨਹੀਂ ਕੋਈ ਕੀਤੀ, ਸਿਮਰਨ ਨਹੀਂ ਕੋਈ ਕੀਤਾ, ਕੋਈ ਗੁਰੂ ਨੂੰ ਨਹੀਂ ਰਜਾਇਆ, ਕੋਈ ਸਾਧੂ ਸੰਗਤਾਂ ਨੂੰ ਗੁਰਸਿੱਖਾਂ ਦੀ ਸੇਵਾ ਨਹੀਂ ਕੀਤੀ। ਹੁਣ ਕੀ ਕੀਤਾ ਜਾਏ। ਜਿਹੜੀ ਕੰਮ ਆਉਣ ਵਾਲੀ ਚੀਜ਼ ਉਹ ਤਾਂ ਕਮਾਈ ਨਹੀਂ। ਸੋ ਬਹੁਤ ਹੀ ਜੋੜਨਾ ਕੀਤੇ, ਲੱਖਾਂ ਹੀ ਕਰੋੜਾਂ ਹੀ ਅਰਬਾਂ ਹੀ ਖਰਬਾਂ ਹੀ ਹੀਰੇ ਮੋਤੀ ਵੀ ਬੜੇ ਜੋੜੇ ਆ। ਸੋ ਹੋਰ ਵੀ ਬਹੁਤ ਜ਼ਮੀਨ ਜਾਇਦਾਦਾਂ ਵੀ ਬਣਾਈਆਂ, ਪਰ ਨਾਲ ਜਾਣ ਵਾਲੀ ਚੀਜ਼ ਜਿਹੜੀ ਹੈ ਨਾ ਕੰਮ ਆਉਣ ਵਾਲੀ, ਉਹ ਕੋਈ ਵੀ ਉਹਦੇ ਬਾਰੇ ਧਿਆਨ ਹੀ ਨਹੀਂ ਕੀਤਾ। ਜਿੰਨੇ ਮਰਜ਼ੀ ਇਹ ਸਾਰਾ ਕੁਝ ਇਕੱਠਾ ਕਰ ਲਓ, ਸੋ ਬਹੁਤ ਹਾਥੀ ਘੋੜੇ ਗੱਡੀਆਂ ਮਾਲ ਇਹਨਾਂ ਨੂੰ ਸਾਰਿਆਂ ਨੂੰ ਹੈਵਰ ਗੈਵਰ ਰਥ ਸੰਵਾਹੇ ਗਹੁ ਕਰ ਕੀਨੇ ਮੇਰੇ। ਜਬ ਤੇ ਹੋਈ ਲਾਮੀ ਧਾਈ ਚੱਲੇ ਨਹੀਂ ਇੱਕ ਪੈਰੇ। ਇਹ ਬਹੁਤ ਇਕੱਠੇ ਕਰਕੇ ਜੋੜ ਕੇ ਕਹਿਆ ਕਿ ਸਾਰਾ ਮੇਰਾ ਹੈ, ਪਰ ਜਦੋਂ ਲੰਮੇ ਪਰਲੋਕ ਦੇ ਰਸਤੇ 'ਤੇ ਚੱਲਣਾ ਪਿਆ, ਉੱਥੇ ਤਾਂ ਇੱਕ ਪੈਰ ਵੀ ਇਹ ਨਾਲ ਨਹੀਂ ਤੁਰੇ। ਇਹ ਸਾਰਾ ਕੁਝ ਇੱਥੇ ਹੀ ਰਹਿ ਗਿਆ। ਫਿਰ ਉੱਠ ਚੱਲੀ ਗਈ ਨਿਰਾਸ਼। ਇਹ ਫਿਰ ਉੱਠ ਕੇ ਜਾਮਾਂ ਦੇ ਨਾਲ ਇਕੱਲੀ ਵਿਚਾਰੀ ਜਿੰਦ ਨਿਰਾਸ਼ ਹੋ ਕੇ ਜਾਂਦੀ ਆ ਕਿ ਕੀ ਪੱਲੇ ਪਿਆ, ਕੁਝ ਵੀ ਨਾਲ ਨਹੀਂ। ਸੋ ਅਗਲੀ ਪੰਕਤੀ ਪੜੋ ਨਿਰਾਸ਼ ਤੋਂ ਅੱਗੇ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਧੰਨ ਗਰੀਬ ਨਵਾਜ ਇਸ ਪੰਕਤੀ ਵਿੱਚ ਫਰਮਾਉਂਦੇ ਹਨ। ਪਿਛਲੀ ਪੰਕਤੀ ਵਿੱਚ ਤੇ ਮਨਮੁਖਾਂ ਦੀ ਹਾਲਤ ਕਥਨ ਕੀਤੀ ਹੈ ਨਾ, ਜਿਨ੍ਹਾਂ ਸਾਧ ਸੰਗਤ ਨਹੀਂ ਕੀਤੀ, ਗੁਰੂ ਕੀ ਸੰਗਤ ਤੋਂ ਜਿਹੜੇ ਬੇਮੁਖ ਰਹੇ ਹਨ, ਉਹਨਾਂ ਬਾਰੇ ਕਿਹਾ ਕਿ ਉਹ ਨਿਰਾਸ਼ ਹੋ ਕੇ ਉੱਠ ਕੇ ਗਏ ਆ। ਔਰ ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਸਾਧੂ ਸਤਿਗੁਰੂ ਜੀ ਮਿਲੇ ਹਨ, ਸੋ ਦਰਗਹਿ ਹੋਏ ਖਲਾਸ। ਉਹ ਗੁਰੂ ਕੇ ਪਿਆਰਿਓ, ਉਹਨਾਂ ਦੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬੰਦ ਖਲਾਸੀ ਹੁੰਦੀ ਹੈ। ਧਰਮ ਰਾਜੇ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦੇ, ਕਿਉਂਕਿ ਇਹ ਸੰਗਤ ਦਾ ਇਹ ਫਲ ਹੈ। ਸੋ ਸਤਿਗੁਰੂ ਜੀ ਨੇ ਬਚਨ ਲਿਖਿਆ ਨਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਸੰਤਾਂ ਨੇ ਸਾਨੂੰ ਪੂੰਜੀ ਇਹ ਗੁਰੂ ਦੇ ਸ਼ਬਦ ਦੀ ਸੌਂਪੀ, ਦ੍ਰਿੜ ਕਰਾਈ, ਤਾਂ ਉਤਰਿਆ ਮਨ ਕਾ ਧੋਖਾ। ਇਹ ਮਨ ਨੂੰ ਧੋਖਾ ਸੀ, ਇਹ ਭੁਲੇਖੇ ਜੀ ਪਿਆ ਸੀ ਕਿ ਸੰਸਾਰ ਸੱਚਾ ਹੈ, ਆਹ ਮੇਰਾ ਹੈ, ਉਹ ਮੇਰਾ ਹੈ। ਪਰ ਇਹ ਸਾਰਾ ਜਿਹੜਾ ਭੁਲੇਖਾ ਜਿਹਾ, ਜਿਹੜਾ ਧੋਖੇ 'ਚ ਮਨ ਪਿਆ ਸੀ ਨਾ, ਇਹ ਸਾਰਾ ਉਤਰ ਗਿਆ। ਹੁਣ ਵੇਖ ਲਿਆ, ਜਿਹੜਾ ਮੇਰਾ ਇੱਕ ਰਾਮ ਹੀ ਮੇਰਾ ਹੈ, ਬਾਕੀ ਸਾਰੇ ਤਾਂ ਜਿੰਨੇ ਵੀ ਆ ਨਾ, ਇਸ਼ਟ ਮੀਤ ਜਾਨ ਸਭ ਛਲੈ, ਹਰ ਹਰ ਨਾਮ ਸੰਗ ਤੇਰਾ ਚਲੈ। ਜਿੰਨੇ ਵੀ ਪਿਆਰੇ ਮਿੱਤਰ ਬਣਾਏ ਆ, ਇਹ ਸਾਰੇ ਤੈਨੂੰ ਛੱਡਣ ਵਾਲੇ ਹੀ ਆ। ਜਿੱਦਣ ਤਾਂ ਲੋੜ ਆ ਕੋਈ, ਉਦਣ ਮਿੱਤਰ
ਆ ਕੇ ਅੱਗੋਂ ਹੋ ਕੇ ਵਲ ਭੰਨ ਕੇ ਵੀ ਆ ਮਿਲਦੇ ਆ। ਜਿੱਦਣ ਨਹੀਂ ਲੋੜ, ਆਪ ਨੂੰ ਲੋੜ ਪੈ ਜਾਏ ਤੇ ਉਦਣ ਮਿੱਤਰ ਫਿਰ ਫੋਨ ਵੀ ਨਹੀਂ ਚੁੱਕਦੇ ਤੇ ਗਿਆਨ ਵੀ ਨਹੀਂ ਮਿਲਦੇ। ਤੇ ਜਿੱਦਣ ਲੋੜ ਆ ਉਦਣ ਬਾਰ-ਬਾਰ ਵੇਲੇ ਵੇਲੇ ਵੀ ਫੋਨ ਕਰੀ ਜਾਣਾ, ਸਮਾਂ ਵੀ ਨਹੀਂ ਵੇਖਣਾ ਕਿਹੜਾ। ਇਹੋ ਜਿਹਾ ਇਹ ਮਿੱਤਰਾਂ ਦੀ ਹਾਲਤ ਹੈ। ਔਰ ਗੁਰੂ ਕੇ ਪਿਆਰਿਓ, ਜਿੰਨਾ ਚਿਰ ਤੱਕ ਬੰਦੇ ਦੀ ਚੱਲਦੀ ਆ ਨਾ ਸਰਕਾਰੇ ਦਰਬਾਰੇ, ਕੋਈ ਗੁੱਡੀ ਚੜ੍ਹੀ ਆ, ਕੋਈ ਨਾਮ ਚੱਲਦਾ ਹੈ, ਕੋਈ ਧਨ ਮਾਇਆ ਕੋਲ ਹੈ, ਤਾਂ ਬੜੇ ਮਿੱਤਰ ਆ ਕੇ ਮਿਲ ਪੈਂਦੇ ਆ। ਤੇ ਜਿੱਦਣ ਕਿਤੇ ਪੈ ਜਾਏ ਕੋਈ ਕਰਮਾਂ ਦੇ ਨਾਲ ਪੁੱਠਾ ਕਰਮਾਂ ਦਾ ਗੇੜ ਪੈ ਜਾਏ, ਕੋਈ ਦੁੱਖ ਮੁਸੀਬਤ ਪੈ ਜਾਏ, ਜਿੱਥੇ ਕਿਤੇ ਥੋੜ੍ਹੀ ਜਿਹੀ ਔਕੜ ਝੱਲਣੀ ਪਵੇ, ਉੱਥੇ ਫਿਰ ਸਾਰੇ ਹੀ ਸੰਗ ਛੱਡ ਕੇ ਭੱਜ ਜਾਂਦੇ ਆ। ਆਹ ਤਾਂ ਦੁਨਿਆਵੀ ਮਿੱਤਰਾਂ ਦੀ ਹਾਲਤ ਆ। ਫਿਰ ਗੱਲਾਂ ਬਾਤਾਂ ਚਲਾਉਂਦੇ ਆ, ਬਾਣੀ ਪੜ੍ਹਨ ਤੋਂ ਕਹਿੰਦੇ ਇਹ ਵੱਡਾ ਭਗਤ ਬਣ ਗਿਆ, ਤੂੰ ਆ ਛੱਡ ਕੀ ਰਾਮ ਰਾਮ ਕਰੀ ਜਾਂਦਾ, ਕੀ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ। ਹੋਇਆ ਕਿਤੇ 2 ਮਿੰਟ 4 ਮਿੰਟ ਰੱਬ ਦਾ ਨਾਂ ਲੈ ਲਿਆ, 24 ਘੰਟੇ ਵਾਹਿਗੁਰੂ ਵਾਹਿਗੁਰੂ। ਸੋ ਇਸ ਕਰਕੇ ਉਹ ਸਾਰੇ ਛਲਣ ਵਾਲੇ ਹੀ ਆ। ਇੱਥੇ ਕਹਿੰਦੇ ਅਸੀਂ ਤੈਨੂੰ ਜਿੱਥੇ ਲੋੜ ਪਈ ਅਸੀਂ ਹਾਜ਼ਰ ਹੋ ਜਾਵਾਂਗੇ। ਗੁਰੂ ਪਿਆਰਿਓ, ਪ੍ਰਤੱਖ ਪ੍ਰਤਿਆ ਕੇ ਵੀ ਵੇਖ ਲਿਆ ਇਹ ਗੁਰੂ ਕੇ ਬਚਨਾਂ ਦੇ ਨਾਲ। ਬੜੇ ਆ ਕੇ ਗੱਲਾਂ ਕਰਦੇ ਆ, ਬੜੀਆਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਗਿਆਨ ਦੀਆਂ। ਇਉਂ ਲੱਗਦਾ ਕਿ ਸਾਰਾ ਬ੍ਰਹਮ ਗਿਆਨ ਮਹਾਰਾਜ ਨੇ ਇਹਨਾਂ 'ਚ ਹੀ ਭਰਤਾ। ਅਤੇ ਜਦੋਂ ਕਿਤੇ ਫਿਰ ਕੋਈ ਕੰਮ ਕਹਿ ਦਈਏ ਤਾਂ ਫਿਰ ਉਹ ਸਾਰੇ ਬ੍ਰਹਮ ਗਿਆਨੀ ਸਮਾਧੀ ਲਾ ਕੇ ਕਿਤੇ ਅਲੋਪ ਹੀ ਹੋ ਜਾਂਦੇ। ਫਿਰ ਸੋ ਗੁਰੂ ਘਰ ਦੀ ਕੋਈ ਸੇਵਾ ਹੀ ਦੱਸ ਦਿੱਤੀ ਜਾਏ ਨਾ ਕਿ ਫਲਾਣੀ ਆ ਸੇਵਾ ਕਰਨ ਵਾਲੀ, ਜੇ ਕਰਨੀ ਚਾਹੁੰਦੇ ਕਰ ਲਓ, ਉਹ ਫਿਰ ਉਹ ਲੱਭਦੇ ਨਹੀਂ ਕਿਤੇ। ਇਹੋ ਜਿਹੇ ਕਿਰਪਾ ਵਾਲੇ ਵੀ ਹੈਗੇ ਆ। ਸੋ ਰਹੋ ਵਿਚਾਰ। ਸਤਿਗੁਰੂ ਗਰੀਬ ਨਿਵਾਸ ਜੀ ਕਥਨ ਕਰਦੇ ਹਨ, ਸੋ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੈ ਉਹਨਾਂ ਨੂੰ ਸਾਧੂ ਜਨ ਗੁਰਮੁਖ ਪਿਆਰੇ ਮਿਲੇ ਹਨ। ਸਤਿਗੁਰੂ ਜੀ ਦੀ ਸ਼ਰਨ ਵਿੱਚ ਉਹ ਆਏ ਹਨ ਅਤੇ ਉਹਨਾਂ ਜਿਨ੍ਹਾਂ ਨੂੰ ਸਾਧੂ ਮਿਲੇ ਹਨ, ਸਤ ਸੰਗਤ ਮਿਲੀ ਹੈ, ਸਤ ਸੰਗਤ ਦੀ ਪ੍ਰਾਪਤੀ ਹੋਈ ਹੈ, ਸੋ ਦਰਗਹ ਹੋਏ ਖਲਾਸ। ਉਹਨਾਂ ਦੀ ਦਰਗਾਹ ਦੇ ਵਿੱਚ, ਧਰਮਰਾਜੇ ਦੀ ਦਰਗਾਹ ਵਿੱਚ ਖਲਾਸੀ ਹੋ ਜਾਂਦੀ ਹੈ, ਬੰਦ ਖਲਾਸੀ। ਉੱਥੇ ਬੰਧਨ ਨਹੀਂ ਪੈਂਦੇ, ਸਾਰੇ ਉਹਨਾਂ ਦੇ ਜੋ ਲੇਖੇ ਆ ਨਿਬੜ ਜਾਂਦੇ ਹਨ। ਸਤਸੰਗਤ ਗੁਰੂ ਕੀ ਇਹੋ ਜਿਹਾ ਮਹਾਤਮ ਹੈ ਸੰਗਤ ਦਾ ਕਿ ਸਾਰੇ ਹੀ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਹ ਜੋ ਚਿੱਤ ਤੇ ਗੁਪਤ ਸੱਜੇ ਤੇ ਖੱਬੇ ਮੋਢੇ ਤੇ ਬੈਠੇ, ਕਹਿੰਦੇ ਰਾਤ ਤੇ ਦਿਨ ਦਾ ਸਾਰਾ ਲੇਖਾ ਲਿਖਦੇ ਆ ਨਾ। ਬੰਦਾ ਚੋਰੀ ਹੋ ਕਰਕੇ, ਹਨੇਰੇ ਦੇ ਵਿੱਚ ਓਹਲੇ ਹੋ ਕਰਕੇ, ਪਰਦੇ ਕਰਕੇ, ਕੁੰਡੀ ਲਾ ਕੇ ਇਹੋ ਜਿਹੇ ਕੰਮ ਕਰਦਾ, ਕਹਿੰਦਾ ਮੈਨੂੰ ਕਿਹੜਾ ਕੋਈ ਵੇਖਣ ਡਿਆ। ਪਰ ਸਤਿਗੁਰੂ ਜੀ ਫਰਮਾਉਂਦੇ ਹਨ, ਅਨਕ ਪੜਦੇ ਮਹਿ ਕਮਾਵੈ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਅਨੇਕਾਂ ਹੀ ਪੜਦਿਆਂ ਵਿੱਚ ਓਹਲੇ ਹੋ ਕੇ ਵਿਕਾਰ ਕਮਾਉਂਦਾ, ਮੰਦੇ ਕਰਮ ਕਰਦਾ, ਪਰ ਉਹ ਖਿਨ ਮਾਤਰ ਵਿੱਚ ਹੀ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਆ। ਕਰਮ ਇਹੋ ਜਿਹਾ, ਇਹ ਜਿਹੜੇ ਚਿੱਤ ਗੁਪਤ ਆ ਨਾ, ਇਹ ਵੀ ਲਿਖੀ ਜਾਂਦੇ ਆ। ਅਤੇ ਜਿੱਥੇ ਜਾ ਕੇ ਧਰਮਰਾਜ ਦੇ ਕੋਲ ਹਿਸਾਬ ਕਿਤਾਬ ਹੁੰਦਾ, ਬੰਦਾ ਮੁੱਕਰਦਾ, ਕਿਉਂਕਿ ਰੋਜ਼ ਝੂਠ ਬੋਲਣ ਦੀ ਆਦਤ ਪਈ ਆ। ਕੰਮ ਕਰਦਾ, ਪਾਪ ਕਰੈ ਕਰ ਮੁੱਕਰ ਪਾਵੈ, ਭੇਖ ਕਰੈ ਨਿਰਬਾਨੈ। ਭੇਖ ਇਹੋ ਜਿਹੇ ਧਾਰਨ ਕਰਦਾ ਵੀ ਬੜਾ ਸਾਧੂ ਮਹਾਤਮਾ, ਜਿਹੜਾ ਬੜਾ ਗੁਰਮੁਖ ਲੱਗਦਾ, ਪਰ ਪਾਪ ਕਰਦਾ ਲੁਕ ਲੁਕ ਕੇ। ਔਰ ਜੇ ਕੋਈ ਕਿਸੇ ਨੇ ਵੇਖ ਵੀ ਲਿਆ ਜਾਂ ਪਤਾ ਵੀ ਲੱਗ ਗਿਆ, ਫਿਰ ਮੁੱਕਰਦਾ, ਕਹਿੰਦਾ ਮੈਂ ਨਹੀਂ ਕੀਤਾ। ਦੱਸੋ ਹਾਂ, ਵਿਖਾਓ ਕਿੱਥੇ ਆ, ਕੀ ਸਬੂਤ ਆ ਤੁਹਾਡੇ ਕੋਲ। ਪਰ ਉੱਥੇ ਗੁਰੂ ਕੇ ਪਿਆਰਿਓ, ਉਹ ਸਾਰੀ ਫਿਰ ਉਹ ਰੀਲ ਜਿਹੜੀ ਹੈ ਨਾ ਵਿਖਾ ਦਿੰਦੇ ਵੀ ਆਹ ਵੇਖ ਤੇਰੀ ਰਿਕਾਰਡਿੰਗ, ਆਹ CCTV ਕੈਮਰੇ ਲੱਗੇ ਆ ਨਾ, ਅਤੇ ਜਿਹੜਾ ਜੋ ਕੁਝ ਕੀਤਾ ਉਹ ਸਾਰੇ ਰੀਲ ਵੀਡੀਓ ਆ ਜਾਂਦੀ ਆ ਵੀ ਦੱਸ ਤੂੰ ਝੂਠ ਬੋਲਦਾ, ਆਵੇ ਤੂੰ ਆਹ ਕੁਝ ਕੀਤਾ। ਇਸ ਤਰ੍ਹਾਂ ਸਾਰਾ ਕੁਝ ਹੀ ਉਹ CCTV ਕੈਮਰਿਆਂ ਵਾਂਗ ਉਹ ਵੀਡੀਓ ਵਿਖਾ ਦਿੰਦੇ ਆ।
ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਹੜੇ ਤਾਂ ਗੁਰੂ ਕੇ ਪਿਆਰਿਓ ਸਤਸੰਗਤ ਕਰਦੇ ਆ, ਗੁਰੂ ਦੇ ਗੁਣ ਧਾਰਨ ਕਰਦੇ ਆ, ਸਤਿਗੁਰੂ ਜੀ ਦੇ ਕਹੇ ਤੇ ਚੱਲਦੇ ਆ, ਉਹਨਾਂ ਦੇ ਇਹ ਧਰਮ ਰਾਜੇ ਦੀ ਦਰਗਾਹ ਦੇ ਸਾਰੇ ਕਾਗਜ਼ ਪਾੜ ਦਿੰਦੇ ਆ ਸਤਿਗੁਰੂ ਸਾਧੂ ਮਹਾਤਮਾ, ਔਰ ਉਹ ਖਲਾਸ ਮੁਕਤ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸੰਗਤ ਵਿੱਚ ਭਾਵਨਾ ਵਾਲਿਆਂ ਦੀ ਫਿਰ ਇਹ ਭਾਵਨਾ ਉਤਪੰਨ ਹੁੰਦੀ ਹੈ, ਜੋ ਚੰਗੇ ਕਰਮ ਵਾਲੇ ਆ ਨਾ, ਉਹ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੇ। ਕਿਉਂਕਿ ਜਿਹਨੂੰ ਪਿਆਸ ਲੱਗਦੀ ਉਹ ਹੀ ਜਲ ਸਕਦਾ, ਦੂਜਾ ਨਹੀਂ। ਦੂਜੇ ਨੂੰ ਪੁੱਛੀ ਜਾਓ ਵਾਰ-ਵਾਰ, ਕਹਿੰਦਾ ਨਹੀਂ ਮੈਨੂੰ ਨਹੀਂ ਲੋੜ। ਪਿਆਸ ਲੱਗੀ ਹੋਏ ਬਹੁਤੀ ਤੇ ਕਹਿੰਦਾ ਲਿਆਓ ਜਲ ਹੀ ਛਕਣਾ। ਜੇ ਕੋਈ ਕਹਿਣਾ ਵੀ ਮਠਿਆਈ ਪਈ ਆ, ਭੋਜਨ ਬੜੇ ਪਏ, ਪਹਿਲਾਂ ਛਕ ਲਾ, ਕਹਿੰਦੇ ਨਹੀਂ ਜਲ, ਮੇਰੇ ਤੇ ਪ੍ਰਾਣ ਜਾ ਰਹੇ ਪਿਆਸ ਨਾਲ, ਤੂੰ ਇਹ ਮੈਂ ਕਿਵੇਂ ਖਾਵਾਂਗਾ, ਮੈਨੂੰ ਜਲ ਹੀ ਚਾਹੀਦਾ। ਇਸੇ ਤਰ੍ਹਾਂ ਜਿਹਨੂੰ ਪਿਆਸ ਲੱਗੀ ਹੈ ਜਾਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ, ਉਹ ਗੁਰੂ ਕੇ ਪਿਆਰੇ, ਉਹਨੂੰ ਭਾਵੇਂ ਸਾਰੀ ਧਰਤੀ ਦੇ ਪਦਾਰਥ ਲਿਆ ਕੇ ਇੱਥੇ ਢੇਰ ਲਾ ਦਿਓ ਉਹਦੇ ਸਾਹਮਣੇ, ਕਹਿੰਦਾ ਨਹੀਂ ਮੈਨੂੰ ਨਹੀਂ ਲੋੜ। ਸਤਿਗੁਰੂ ਜੀ ਦਾ ਬਚਨ ਹੈ, ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦੀ ਸ਼ਰਧਾ ਲੱਗੀ ਆ ਨਾ, ਉਹ ਦੁਐਤ ਵਿੱਚ ਚਿੱਤ ਨਹੀਂ ਲਾਉਂਦੇ। ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਕੇ ਉਹਨਾਂ ਨੂੰ ਦੇ ਦਿਓ, ਕਹਿੰਦੇ ਨਹੀਂ ਸਾਨੂੰ ਨਾਮ ਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ। ਉਹ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੀ ਚਿੱਤ ਲਾਉਂਦੇ ਆ। ਇਹ ਪਦਾਰਥਾਂ ਨੂੰ ਮਿਥਿਆ ਜਾਣ ਕੇ, ਮਾਇਆ ਨੂੰ ਤਜ ਕੇ, ਮਾਇਆ ਦਾ ਤਿਆਗ ਕਰਕੇ ਰਹਿੰਦੇ ਮਾਇਆ ਵਿੱਚ, ਪਰ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ, ਨਿਰਲੇਪ ਰਹਿੰਦੇ ਆ। ਇਹ ਹੈ ਸਤਸੰਗੀਆਂ ਦੀ ਨਿਸ਼ਾਨੀ, ਜਿਹੜੇ ਸਤਸੰਗਤ ਕਰਦੇ ਆ ਭਾਵਨਾ ਵਾਲੇ। ਗੁਰੂ ਕੇ ਪਿਆਰਿਓ ਸੰਗਤ ਵਿੱਚ ਬਹੁਤ ਪ੍ਰਕਾਰ ਦੇ ਆਉਂਦੇ ਆ। ਸੰਗਤ ਵਿੱਚ ਉਹ ਵੀ ਆਉਂਦੇ ਆ ਜੋ ਕੋਈ ਦੁੱਖ ਤਕਲੀਫ ਹੈ ਉਦੋਂ ਆ ਕੇ ਸੰਗਤ ਦੀ ਸ਼ਰਨ ਪੈਂਦੇ ਆ ਗੁਰੂ ਕੀ। ਸੰਗਤ ਵਿੱਚ ਉਹ ਵੀ ਆਉਂਦੇ ਕਿਸੇ ਪਦਾਰਥ ਦੀ ਲੋੜ ਹੈ ਤੇ ਫਿਰ ਕਹਿੰਦੇ ਸੰਗਤ ਤੋਂ ਅਰਦਾਸ ਕਰਾਈਏ। ਸੰਗਤ 'ਚ ਉਹ ਵੀ ਆਉਂਦੇ ਕਹਿੰਦੇ ਵੇਖੀਏ ਤਾਂ ਸਹੀ ਕਰਦੇ ਕੀ ਹੈ, ਵੇਖਣ ਚਾਖਣ ਆਉਂਦੇ ਆ। ਸੰਗਤ 'ਚ ਉਹ ਵੀ ਆਉਂਦੇ ਜਿਹੜੇ ਕਹਿੰਦੇ ਵੀ ਲੰਗਰਾਂ ਦੇ ਪਦਾਰਥ ਟੇਸਟ ਕਿਹੋ ਜਿਹਾ, ਜਾ ਕੇ ਚੱਖ ਕੇ ਆਈਏ। ਖਿਮਾ ਕਰਿਓ ਜੇ ਗੁਰੂ ਕੇ ਸੰਗਤ ਵਿੱਚ ਉਹ ਵੀ ਆਉਂਦੇ ਆ ਜਿਹੜੇ ਆਪਣੀ ਮਸ਼ਹੂਰੀ ਕਰਨ ਕਿ ਮੈਂ ਜਾਵਾਂ ਸੰਗਤ ਵਿੱਚ, ਲੋਕ ਕਹਿਣ ਕਿ ਬੜਾ ਗੁਰਮੁਖ ਆ। ਸਿਰਫ ਗੁਰਮੁਖ ਬਣ ਨਹੀਂ ਆਉਂਦੇ, ਬਣਨ ਆਉਣ ਤੇ ਬਹੁਤ ਚੰਗੀ ਗੱਲ ਆ, ਗੁਣ ਧਾਰਨ ਕਰਨ ਤੇ ਬਹੁਤ ਚੰਗੀ ਗੱਲ ਆ, ਪਰ ਵਿਖਾਉਣ ਕਿ ਮੈਂ ਗੁਰਮੁਖ ਹਾਂ। ਇਹ ਲੋਕ ਮੈਨੂੰ ਕਹਿਣ ਕਿ ਸੰਗਤ ਕਰਦਾ, ਪਰ ਉਹ ਗੁਣ ਨਹੀਂ ਧਾਰਨ ਕਰਨੇ। ਇੱਕ ਸ਼ਾਹੂਕਾਰ ਸੀ, ਦੁਕਾਨਦਾਰ ਸੀ ਬਾਣੀਆਂ, ਉਹ ਸੰਗਤ ਰੋਜ਼ ਕਰਿਆ ਕਰੇ, ਲੋਕ ਕਹਿਣ ਕਿ ਬੜਾ ਹੈ ਗੁਰਮੁਖ ਹੈ, ਉਹਦੀ ਦੁਕਾਨ 'ਤੇ ਜਾ ਕਰਨ ਕਿ ਉਹ ਸਤਸੰਗੀ ਹੈ। ਇੱਕ ਦਿਨ ਉਹਨੂੰ ਕੋਈ ਕੰਮ ਪੈ ਗਿਆ ਤੇ ਉਹਨੇ ਆਪਣੇ ਲੜਕੇ ਨੂੰ ਭੇਜਿਆ ਆਪਣੇ ਥਾਂ, ਸਮਝਾ ਕੇ ਘੱਲਿਆ ਚੰਗੀ ਤਰ੍ਹਾਂ। ਕਹਿੰਦਾ ਸੰਗਤ ਜਾ ਕੇ ਬਹਿਣਾ ਵੀ ਸਭ ਤੋਂ ਅੱਗੇ ਬਹੀਂ, ਔਰ ਜਿਉਂ ਭਾਈ ਜੀ ਬੋਲਣਗੇ ਤੇ ਨਾਲ ਨਾਲ ਸਿਰ ਹਿਲਾਈ, ਜਿੱਦਾਂ ਬੜਾ ਮਨ ਲੱਗਾ। ਪਰ ਇਹ ਖਿਆਲ ਕਰੀ ਜੋ ਸੁਣਿਆ ਉੱਥੇ ਹੀ ਸਾਡਾ ਹੀ, ਨਾਲ ਨਾ ਕੁਝ ਲੈ ਕੇ ਆਈ। ਇਹ ਕੰਨ ਪਾਇਆ ਤੇ ਇਸ ਕੰਨ ਕੱਢ ਕੇ ਉੱਥੇ ਸੁੱਟ ਕੇ ਆਉਣਾ ਹੀ, ਕਿਤੇ ਉੱਥੋਂ ਕੁਝ ਕੰਨੀ ਨਾ ਪਾ ਲਿਆਵੀਂ। ਉਹ ਬੱਚਾ ਸੀ ਭੋਲਾ ਨਿਰਸ਼ਲ ਬੱਚਾ, ਗਿਆ ਸੰਗਤ ਵਿੱਚ। ਸੰਗਤ 'ਚ ਦਇਆ ਦੀ ਕਥਾ ਆਈ, ਭਾਈ ਜੀ ਨੇ ਸੁਣਾਇਆ। ਕਹਿਣ ਲੱਗੇ ਕਿ ਵੇਖੋ ਭਾਈ, ਜਿਹੜਾ ਜੀਵਾਂ 'ਤੇ ਦਇਆ ਕਰਦਾ, ਭੁੱਖਿਆਂ ਨੂੰ ਕੋਈ ਅੰਨ ਦਾਨ ਛਕਾਉਂਦਾ, ਬੜਾ ਫਲ ਮਿਲਦਾ। ਜੋ ਕਥਾ ਹੋਈ ਤੇ ਉਹ ਸੁਣ ਕੇ ਤੇ ਆ ਗਿਆ। ਦੁਕਾਨ ਇਹਨੇ ਕਿਹਾ ਸੀ ਕਿ ਦੁਕਾਨ ਖੋਲ੍ਹਣੀ ਮੇਰੇ ਆਉਣ ਤੋਂ ਪਹਿਲਾਂ ਹੀ। ਹੁਣ ਬੱਚੇ ਨੇ ਦੁਕਾਨ ਖੋਲ੍ਹੀ ਉੱਥੇ। ਸੋ ਦਾਣਿਆਂ ਦੀਆਂ ਜੋ ਬੋਰੀਆਂ ਸੀ ਦੁਕਾਨ ਦੇ ਅੱਗੇ ਰੱਖੀਆਂ, ਖੋਲ੍ਹ ਕੇ ਉਹਨਾਂ ਦਾ ਮੂੰਹ ਖੋਲ੍ਹ ਕਰਕੇ। ਇੱਕ ਗਾਂ ਆਈ ਵਿਚਾਰੀ ਭੁੱਖੀ, ਖਾਣ ਲੱਗ ਪਈ, ਖਲ ਰੱਖੀ ਉਹ ਖਾਣ ਲੱਗ ਪਈ। ਸੋ ਬੱਚੇ ਨੇ ਰੋਕੀ ਨਾ।
ਇਹਨੇ ਦੂਰੋਂ ਹੀ ਵੇਖਿਆ ਕਿ ਗਾਂ ਜੋ ਕੁਝ ਖਾ ਰਹੀ ਹੈ ਤੇ ਇਹ ਵੇਖੀ ਜਾ ਰਿਹਾ। ਉੱਥੋਂ ਹੀ ਸ਼ੁਰੂ ਹੋ ਗਿਆ। ਕਹਿੰਦਾ ਕੀ ਗੱਲ ਰੋਕਦਾ ਕਿਉਂ ਨਹੀਂ, ਤੈਨੂੰ ਅੱਖਾਂ ਹੈ ਨਹੀਂ ਤੇਰੀਆਂ? ਦੋ ਚਾਰ ਚੰਗੇ ਮਾੜੇ ਸ਼ਬਦ ਵੀ ਬੋਲੇ। ਆਪ ਆਇਆ ਛੇਤੀ ਨਾਲ ਗਾਂ ਤੇ ਦੋ ਚਾਰ ਮਾਰੀਆਂ ਭਜਾਤੀ। ਕਹਿਣ ਲੱਗਾ ਕਿ ਤੈਨੂੰ ਦਿਖਦਾ ਨਹੀਂ, ਤੈਨੂੰ ਕਿਹਾ ਸੀ। ਕਹਿੰਦਾ ਜੀ ਸੰਗਤ ਵਿੱਚ ਮੈਂ ਗਿਆ ਸੀ ਤੇ ਉੱਥੇ ਆ ਕਥਾ ਸੁਣਾਈ ਸੀ ਕਿ ਭੁੱਖੇ ਨੂੰ ਜੀਵ ਨੂੰ ਜੋ ਨਾ ਛਕਾਉਣਾ ਤੇ ਬੜਾ ਪੁੰਨ ਹੁੰਦਾ। ਉਹ ਕਹਿੰਦਾ ਤੈਨੂੰ ਮੈਂ ਪਹਿਲਾਂ ਹੀ ਇਹ ਕਿਹਾ ਸੀ, ਤੈਨੂੰ ਮੈਂ ਕੀ ਸਮਝਾ ਕੇ ਘੱਲਿਆ ਸੀ ਵੀ ਉੱਥੇ ਜਾਣਾ ਜ਼ਰੂਰ ਆ, ਪਰ ਪੱਲੇ ਨਾ ਕੋਈ ਬੰਨ ਲਿਆਵੀਂ। ਤੇ ਕਹਿੰਦਾ ਪਾਪਾ ਜੀ ਫਿਰ ਜਾਣ ਦਾ ਕੀ ਫਾਇਦਾ? ਪਿਤਾ ਜੀ ਫਿਰ ਜਾਣ ਦਾ ਕੀ ਫਾਇਦਾ ਹੋਇਆ ਜੇ ਆਪਾਂ ਉੱਥੇ ਜਾਣਾ ਵੀ ਹੈ, ਸਮਾਂ ਵੀ ਖਰਾਬ ਕਰਨਾ। ਆ 2 ਘੰਟਾ ਜਦੋਂ ਜਾ ਕੇ ਉੱਥੇ ਬੈਠੇ ਵੀ ਜੋ ਉੱਥੋਂ ਕੁਝ ਸੁਣਿਆ ਕਿ ਪੱਲੇ ਨਹੀਂ ਬੱਧਾ ਤੇ ਜਾਣ ਦਾ ਕੀ ਫਾਇਦਾ ਹੋਇਆ ਫਿਰ? ਕਹਿੰਦਾ ਫਾਇਦਾ ਹੈ, ਆ ਵੇਖ ਕਿੰਨੇ ਮੇਰੇ ਗਾਹਕ ਵੱਧ ਗਏ ਆ। ਸੋ ਇਹੋ ਜਿਹੇ ਫਾਇਦੇ ਲੈਣ ਵਾਲੇ ਵੀ ਗੁਰੂ ਕੇ ਪਿਆਰਿਓ ਸੰਗਤ ਵਿੱਚ ਆਉਂਦੇ ਆ। ਔਰ ਖਿਮਾ ਕਰਿਓ ਜੇ ਜੁੱਤੀਆਂ ਚੁੱਕਣ ਵਾਲੇ ਵੀ ਆ ਜਾਂਦੇ ਆ। ਚਲੋ ਕਿ ਉੱਥੇ ਚੰਗੀਆਂ ਚੰਗੀਆਂ ਸੰਗਤ ਦੀਆਂ ਜੁੱਤੀਆਂ ਚੁੱਕ ਕੇ ਚਲੋ ਲੈ ਚੱਲਾਂਗੇ। ਪਰ ਜਿਹਨੇ ਖਿਆਲ ਕਰਿਓ ਆਏ ਸਾਰੇ ਸੰਗਤ ਜੀ ਆ, ਪਰ ਜਿਹਨੇ ਜੁੱਤੀਆਂ ਚੁੱਕੀਆਂ ਜਾਂ ਜਿਹਨੇ ਮਸ਼ਹੂਰੀ ਵਾਸਤੇ ਸੰਗਤ 'ਚ ਹਾਜ਼ਰੀ ਭਰੀ ਉਹ ਫਿਰ ਲਾਹਾ ਨਹੀਂ ਲਏਗਾ। ਹਾਂ ਦੁਨਿਆਵੀ ਦੁੱਖਾਂ ਦਾ ਮਾਰਿਆ ਡਰਦਾ ਵੀ ਗੁਰੂ ਕੀ ਸ਼ਰਨ 'ਚ ਆ ਜਾਏ ਤੇ ਗੁਰੂ ਕੀ ਸ਼ਰਨ 'ਚ ਪੈ ਕੇ ਜੋ ਸਤਿਗੁਰੂ ਜੀ ਕਹਿ ਰਹੇ ਆ ਉਹ ਮੰਨ ਲਏ ਤੇ ਉਹ ਵੀ ਲਾਹਾ ਲੈ ਲਏਗਾ। ਪਰ ਜਿਹਨੇ ਜੁੱਤੀਆਂ ਚੁੱਕਣ ਵਿੱਚ ਹੀ ਜਾਂ ਖਾਣ ਪੀਣ 'ਚ ਹੀ ਇਕੱਲੀ ਆਪਣੀ ਸੁਰਤ ਲਾ ਰੱਖੀ ਉਹ ਗੁਰੂ ਕੇ ਪਿਆਰਿਓ ਕਿੰਨਾ ਕੁ ਲਾਹਾ ਪ੍ਰਾਪਤ ਕਰੇਗਾ। ਮਹਾਰਾਜ ਜੀ ਨੇ ਬਚਨ ਇਸੇ ਕਰਕੇ ਕੀਤੇ ਆ, ਸਾਧ ਸੰਗ ਰਮਈਆ ਰਸ ਪਾਇਓ, ਨਾਨਕ ਜਾ ਕੇ ਭਾਵਨੀ ਨਿੱਕੀ। ਸਤ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਕਰ ਲੈਂਦੇ ਆ। ਪਰ ਕੌਣ? ਨਾਨਕ ਜਾ ਕੇ ਭਾਵਨੀ ਨਿੱਕੀ, ਜਿਨ੍ਹਾਂ ਦੇ ਮਨ ਦੀ ਭਾਵਨਾ ਚੰਗੀ ਆ, ਜਿਹਨੇ ਆ ਕੇ ਇਹ ਤੱਕਿਆ ਕਿ ਫਲਾਣਾ ਕੀ ਕਰ ਰਿਹਾ, ਇੱਥੇ ਰੂਪ ਤੱਕਣ ਹੀ ਆ ਗਏ ਕਿ ਸੰਗਤ ਚਲੋ ਕਿਸੇ ਨੇ ਮਾੜਾ ਚੰਗਾ ਰੂਪ ਤੱਕ ਲਈਏ, ਕਿਹੜਾ ਕਿਸੇ ਨੇ ਕੁਛ ਕਹਿਣਾ, ਲੋਕਾਂ ਸਮਝਣਾ ਕਿ ਸਤਸੰਗੀ ਹੈ, ਉਹ ਗੁਰੂ ਕੇ ਪਿਆਰਿਓ ਇਹ ਲਾਹੇ ਨਹੀਂ ਪ੍ਰਾਪਤ ਕਰ ਸਕਦਾ। ਗਰੀਬ ਨਵਾਜ ਜੀ ਕਥਨ ਕਰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਇਹ ਸੰਗਤ ਵਿੱਚ ਆ ਕਰਕੇ ਪਿਆਸ ਲੱਗ ਗਈ ਦਰਸ਼ਨਾਂ ਦੀ, ਫਿਰ ਉਹਨੂੰ ਦਰਸ਼ਨ ਵੀ ਪ੍ਰਾਪਤ ਹੋ ਜਾਣਗੇ। ਕਿਉਂਕਿ ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਜਿਹੋ ਜੀ ਕਿਸੇ ਦੇ ਮਨ 'ਚ ਪਿਆਸ ਹੈ ਨਾ, ਭੁੱਖ ਹੈ, ਉਹ ਹੀ ਪੂਰੀ ਕਰਨ ਵਾਲਾ ਸਾਰੇ ਹੀ ਸੰਸਾਰ ਦਾ ਮਾਲਕ ਪਰਮੇਸ਼ਰ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰਜਾਮੀ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਉਹਨਾਂ ਨੂੰ ਅੰਤਰਜਾਮੀ ਆਪ ਹੀ ਮਿਲ ਪੈਂਦਾ। ਗਰੀਬ ਨਵਾਜ ਜੀ ਨੇ ਵਚਨ ਕੀਤੇ ਆ ਨਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ, ਅਸੀਂ ਉਹਨਾਂ ਤੋਂ ਬਲ ਬਲ ਬਲਿਹਾਰ ਵਾਰਨੇ ਕੁਰਬਾਨ ਜਾਂਦੇ ਹਾਂ। ਗਰੀਬ ਨਵਾਜ ਕਥਨ ਕਰਦੇ ਹਨ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸਾਂ ਕਰਨੀਆਂ ਕਿ ਵਾਹਿਗੁਰੂ ਜੀ ਤੁਹਾਡੇ ਬਿਨਾਂ ਸਾਡਾ ਹੋਰ ਕੋਈ ਨਹੀਂ ਹੈ, ਆਪ ਜੀ ਤੋਂ ਬਿਨਾਂ ਸਾਨੂੰ ਰੱਖਣ ਨੂੰ ਕੋਈ ਸਮਰੱਥ ਨਹੀਂ ਹੈ, ਆਪ ਜੀ ਤੋਂ ਬਿਨਾਂ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਲਾ ਵੀ ਕੋਈ ਨਹੀਂ ਹੈ, ਆਪ ਜੀ ਤੋਂ ਬਿਨਾਂ ਸਾਨੂੰ ਜੋ ਚਾਹੀਦਾ ਪਦਾਰਥ ਉਹ ਦੇਣ ਵਾਲਾ ਕੋਈ ਨਹੀਂ ਹੈ, ਆਪ ਜੀ ਦੀਆਂ ਦਾਤਾਂ ਨਾਲ ਹੀ ਅਸੀਂ ਰੱਜਦੇ ਹਾਂ। ਹਰ ਜਿਉ ਤੇਰੀ ਦਾਤੀ ਰਾਜਾ, ਮਾਨਸ ਵਪੜਾ ਕਿਆ ਸਾਲਾਹੀ, ਕਿਆ ਤਿਸ ਕਾ ਮੁਹਤਾਜਾ। ਇਹ ਵਾਹਿਗੁਰੂ ਜੀ ਤੇਰੀਆਂ ਦਾਤਾਂ ਦਿੱਤੀਆਂ ਨਾਲ ਅਸੀਂ ਰੱਜਣਾ। ਆ ਮਨੁੱਖ ਵਿਚਾਰਾ ਇਹਨੂੰ ਕੀ ਸਲਾਉਣਾ ਹੈ, ਕੀ ਇਹਦੇ ਗੁਣਾਂ ਦੀ ਸ਼ਲਾਘਾ ਕਰਨੀ, ਕੀ ਇਹਦੇ ਅੱਗੇ ਹੱਥ ਜੋੜ ਕੇ ਮੰਗਣਾ, ਕੀ ਇਹਦੇ ਮੁਹਤਾਜ ਹੋਣਾ।
ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ। ਤੁਹਾਡੇ ਬਿਨਾਂ ਦੂਜਾ ਕੋ ਨਹੀਂ, ਰੱਖਣ ਨੂੰ ਸਮਰੱਥ, ਇੱਛਾ ਪੂਰੀਆਂ ਕਰਨ ਵਾਲਾ ਵੀ ਤੁਹਾਡੇ ਬਿਨਾਂ ਹੋਰ ਕੋਈ ਨਹੀਂ ਹੈ। ਨਾਨਕ ਕੀ ਅਰਦਾਸ, ਸਾਡੀ ਆਪ ਜੀ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਹੈ, ਕਿਰਪਾ ਕਰੋ ਸਾਨੂੰ ਜਾਚਕ ਜਨ ਜਾਚਾ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾਂ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਅਸੀਂ ਜਾਚਕ ਬਣ ਕੇ, ਮੰਗਤੇ ਬਣ ਕੇ ਆਪ ਜੀ ਤੋਂ ਦਾਨ ਮੰਗਦੇ ਹਾਂ। ਦਾਨ ਕੀ ਮੰਗਦੇ ਹਾਂ? ਨਾਮ ਦਾ ਦਾਨ, ਨਾਮ ਦਾਨ ਬਖਸ਼ਿਸ਼ ਕਰੋ। ਸਾਧੂ ਸੰਗਤ ਦੀ ਚਰਨ ਧੂੜੀ ਮਿਲ ਜਾਏ, ਇਹ ਵੱਡੀ ਦਾਤ ਹੈ। ਕਿਰਪਾ ਕਰਕੇ ਸਾਡੀ ਲੋਚਾ ਪੂਰੀ ਕਰੋ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਧੰਨ ਸਤਿਗੁਰੂ ਗਰੀਬ ਨਿਵਾਸ ਇਸ ਸ਼ਬਦ ਦੀ ਸੰਪੂਰਨਤਾ ਕਰਦਿਆਂ ਬਖਸ਼ਿਸ਼ ਕਰ ਰਹੇ ਹਨ ਕਿ ਹਾੜ ਦਾ ਮਹੀਨਾ ਤਿਸ ਉਸ ਜੀਵ ਨੂੰ ਸੁਹੰਦਾ ਸੋਭਨੀਕ ਹੈ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਵਾਸਾ ਹੈ। ਵਾਹਿਗੁਰੂ ਜੀ ਦੇ ਚਰਨ ਕੀ ਹਨ? ਚਿੱਤ ਚਰਨ ਨਾਮ, ਆਪਣੇ ਚਿੱਤ ਵਿੱਚ ਨਾਮ ਨੂੰ ਟਿਕਾਉਣਾ, ਇਹੀ ਵਾਹਿਗੁਰੂ ਜੀ ਦੇ ਚਰਨਾਂ ਨੂੰ ਮਨ ਵਿੱਚ ਵਸਾਉਣਾ ਹੈ। ਸੋ ਗ੍ਰਹਿਣ ਕਰਨਾ ਹੈ ਸ਼ਬਦ, ਗੁਰੂ ਕਾ ਸ਼ਬਦ ਜਿਹੜਾ ਮਨ ਵਿੱਚ ਵਸਾਉਣਾ, ਇਹੀ ਸ਼ਬਦ ਜੋ ਗੁਰੂ ਕੇ ਚਰਨਾਂ ਨੂੰ ਹਿਰਦੇ 'ਚ ਬੰਨ੍ਹਣਾ ਹੈ, ਵਸਾਉਣਾ ਹੈ। ਹਿਰਦਾ ਸ਼ਬਦ, ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਧਿਓ ਪਾਲ। ਇਸ ਪ੍ਰਕਾਰ ਦੇ ਨਾਲ ਗੁਰੂ ਕੇ ਪਿਆਰਿਓ, ਵਾਹਿਗੁਰੂ ਜੀ ਦੀ ਉਸਤਤੀ ਵਾਲੇ ਗੁਰੂ ਗਰੀਬ ਨਿਵਾਸ ਜੀ ਦੇ ਜੋ ਪਾਵਨ ਸ਼ਬਦ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਵਸਾਉਣਾ। ਸ਼ਬਦਾਂ ਨੂੰ, ਇਹੀ ਸਤਿਗੁਰੂ ਜੀ ਦੇ ਚਰਨਾਂ ਨੂੰ ਵਸਾਉਣਾ ਹੈ। ਇਹੀ ਬੁੱਧੀ ਰੂਪ ਪੱਲੇ ਦੇ ਵਿੱਚ। ਸੋ ਜਿਹੜਾ ਸਤਿਗੁਰੂ ਜੀ ਨੇ ਕਿਹਾ ਨਾ, ਉਸ ਨੂੰ ਆਪਣੀ ਬੁੱਧੀ ਰੂਪੀ ਪੱਲੇ ਦੇ ਵਿੱਚ ਚੰਗੀ ਤਰ੍ਹਾਂ ਗੰਢ ਦੇ ਕਰਕੇ, ਘੁੱਟ ਕੇ, ਸ਼ਰਧਾ ਦੀ ਗੰਢ ਦੇ ਨਾਲ ਪੀਚ ਕਰਕੇ ਬੰਨ੍ਹ ਲੈਣਾ। ਸ਼ਬਦ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠੜੀ ਬੱਧਾ। ਸੋ ਇਸ ਤਰ੍ਹਾਂ ਗੁਰਮੁਖਾਂ ਨੇ ਬੰਨ੍ਹਣਾ ਕੀਤਾ ਹੈ, ਬੰਨ੍ਹਦੇ ਹਨ। ਔਰ ਉਹ ਸਾਰੀਆਂ ਇਹ ਬਖਸ਼ਿਸ਼ਾਂ ਜੋ ਆਪਾਂ ਸ਼ਰਵਣ ਕੀਤੀਆਂ ਨਾ, ਇਹ ਪ੍ਰਾਪਤ ਕਰਦੇ ਆ। ਧੰਨ ਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੁੱਛ ਬੁੱਧੀ ਨਾਲ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਗਰੀਬ ਨਿਵਾਜ ਰਹਿਮਤ ਕਰਨ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ, ਨਾਮਦਾਨ, ਇਸ਼ਨਾਨ ਬਖਸ਼ ਕਰਕੇ ਨਿਹਾਲ ਕਰਨ। ਸੋ ਪਿਛਲਾ ਮਹੀਨਾ ਜਿਵੇਂ ਸੁੱਖਾਂ ਨਾਲ ਬਤੀਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ ਚੜ੍ਹਿਆ ਮਹੀਨਾ, ਹਾੜ ਦਾ ਮਹੀਨਾ ਸੁੱਖਾਂ ਦੇ ਨਾਲ ਬਤੀਤ ਕਰਾਉਣ। ਸਾਰਿਆਂ ਨੂੰ ਖੁਸ਼ੀਆਂ ਖੇੜੇ ਆਪਣੀ ਸਾਧ ਸੰਗਤ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਆਓ ਗੁਰੂ ਪਿਆਰਿਓ, ਦੋ ਪੰਕਤੀਆਂ ਪੜ੍ਹ ਕਰਕੇ ਅਰਦਾਸ ਵਿੱਚ ਸ਼ਾਮਲ ਹੋਈਏ, ਸਮਾਪਤੀ ਕਰੀਏ, ਫਤਿਹ ਬੁਲਾਈਏ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।